ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੈ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲ ਆਪੋ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਾਮਾਂ ਸੰਧਿਆ ਵੇਲੇ ਦੇ ਦੀਵਾਨ ਦੀ ਪ੍ਰਾਰੰਭਤਾ ਹੋਈ ਹੈ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਪਿਛਲੇ ਦਿਨਾਂ ਤੋਂ ਆਸਾ ਕੀ ਵਾਰ ਦੇ ਪਾਠ ਬੋਧ ਅਤੇ ਵਿਚਾਰ ਦੇ ਸਮਾਗਮ ਪ੍ਰਾਰੰਭ ਹੋਏ ਹਨ। ਗੁਰੂ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿਚਾਰਨ ਦਾ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਿਸੇ ਬਿਰਲੇ ਬੰਦੇ ਦੇ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਬਾਣੀ ਨੂੰ ਵਿਚਾਰਨ ਦੀ ਇਹ ਦਾਤ ਮਿਲਦੀ ਹੈ। ਤਾਂ ਆਪ ਜਿੰਨੀਆਂ ਵੀ ਸੰਗਤਾਂ ਮਾਈ ਭਾਈ ਗੁਰੂ ਦੇ ਪਿਆਰੇ ਰੋਜ਼ਾਨਾ ਆਨਲਾਈਨ ਹੋ ਕੇ ਸਤਿਗੁਰੂ ਜੀ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਵਿਚਾਰਨ ਦੀ ਸੇਵਾ 'ਚ ਹਾਜ਼ਰ ਹੁੰਦੇ ਹੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ, ਕਿਰਪਾ ਹੈ। ਤਾਂ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਵਿਚਾਰ ਪ੍ਰਾਰੰਭ ਕਰੀਏ। ਅੱਜ ਦੇ ਵਿਚਾਰ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਸਾ ਕੀ ਵਾਰ ਦੀ 4 ਨੰਬਰ ਪੌੜੀ ਅਤੇ ਇਸ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਹਨ ਇਹਨਾਂ ਤੋਂ ਪ੍ਰਾਰੰਭ ਹੋਵੇਗੀ। ਤੇ ਵਿਚਾਰ ਦੇ ਵਿੱਚ ਸ਼ੁੱਧ ਪਾਠ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਜੋ ਕਨਸੈਪਟ ਹਨ, ਕਿਸ ਕਨਸੈਪਟ ਨੂੰ ਲੈ ਕੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਤੇ ਮੁੱਖ ਭਾਵ 'ਚ ਅਰਥ ਕੀ ਬਣਦੇ ਹਨ, ਇਹ ਆਪਾਂ ਵਿਚਾਰਾਂਗੇ। ਆਓ ਪਹਿਲਾਂ ਭਾਈ ਸਾਹਿਬ ਜੀ ਸਤਿਕਾਰਯੋਗ ਵੀਰ ਜੀ ਪਾਠ ਕਰਨਗੇ ਤੇ ਉਸ ਦੇ ਨਾਲ ਨਾਲ ਜਿੱਥੇ ਸ਼ੁੱਧ ਉਚਾਰਨ ਦੀ ਜ਼ਰੂਰਤ ਹੋਏਗੀ ਆਪਾਂ ਉਹ ਵਿਸ਼ਰਾਮ ਦਾ ਉਚਾਰਨ ਦਾ ਧਿਆਨ ਕਰਾਂਗੇ। ਉਪਰੰਤ ਜੋ ਗੁਰਮਤਿ ਦੇ ਕੁਝ ਸਿਧਾਂਤ ਨਾਲ ਨਾਲ ਆ ਰਹੇ ਨੇ, ਜਿੰਨੇ ਕੁ ਸਤਿਗੁਰੂ ਜੀ ਨੇ ਸਮੱਤ ਬਖਸ਼ਿਸ਼ ਕੀਤੀ ਹੈ ਉਹਦੀ ਆਪਾਂ ਵਿਚਾਰ ਕਰਦੇ ਜਾਵਾਂਗੇ। ਆਓ ਪਿਆਰ ਦੇ ਨਾਲ ਪਾਠ ਸਰਵਣ ਕਰੀਏ ਜੀ। ਸ਼ਲੋਕ ਮਹਿਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲੇ ਲੱਖ ਦਰਿਆਉ। ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਵਿਚਾਰ ਕਰਨੀ ਹੈ। ਜਿਸ ਤਰ੍ਹਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਆਰੰਭਤਾ ਦੇ ਜਿਹੜੇ ਸ਼ਲੋਕ ਨੇ ਆਸਾ ਕੀ ਵਾਰ ਦੇ ਵਿੱਚ, ਉਹਨਾਂ 'ਚ ਇੱਕ ਸ਼ਬਦ ਗੁਰੂ ਸਾਹਿਬ ਜੀ ਲੈ ਕੇ ਉਹਨੂੰ ਵਾਰੀ-ਵਾਰੀ ਰਿਪੀਟ ਕਰ ਰਹੇ ਹਨ ਤੇ ਉਹ ਸ਼ਬਦ ਦੇ ਆਲੇ ਦੁਆਲੇ ਕਈ ਪੱਖ ਉਸ ਸ਼ਬਦ ਨੂੰ ਮੁੱਖ ਰੱਖ ਕੇ ਜਿਹੜੀ ਵਿਚਾਰ ਦੇ ਰਹੇ ਨੇ ਉਹਦੇ ਕਈ ਪੱਖ ਗੁਰੂ ਸਾਹਿਬ ਜੀ ਸਾਨੂੰ ਸਪਸ਼ਟ ਕਰਦੇ। ਤਾਂ ਜਿਸ ਤਰ੍ਹਾਂ ਕੱਲ੍ਹ ਦੀ ਪੌੜੀ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ, ਕੁਦਰਤ ਸ਼ਬਦ ਦੇ ਬਾਰੇ ਵਿਚਾਰ ਕੀਤੀ ਸੀ ਤੇ ਇਸ ਤੋਂ ਪਹਿਲਾਂ ਵਿਸਮਾਦ ਸ਼ਬਦ ਦੇ ਬਾਰੇ ਵਿਚਾਰ ਕੀਤੀ ਸੀ। ਤਾਂ ਅੱਜ ਦੇ ਬਚਨਾਂ ਦੇ ਵਿੱਚ ਗੁਰੂ ਸਾਹਿਬ ਭੈ ਸ਼ਬਦ ਵਰਤ ਰਹੇ ਨੇ। ਭੈ ਦਾ ਅਰਥ ਕੀ ਹੁੰਦਾ ਹੈ? ਭੈ ਦਾ ਮੁੱਢਲਾ ਅਰਥ ਹੈ ਡਰ। ਡਰ ਦੇ ਵਿੱਚ ਸਾਰਾ ਕੁਝ ਹੈ। ਕੀ ਕੁਝ ਰੱਬ ਦੇ ਡਰ ਦੇ ਵਿੱਚ ਚੱਲ ਰਿਹਾ ਉਹ ਗੁਰੂ ਸਾਹਿਬ ਜੀ ਨੇ ਇੱਥੇ ਬਿਆਨ ਕੀਤਾ। ਪਰ ਜਦੋਂ ਇਕੱਲਾ ਡਰ ਸ਼ਬਦ ਵਰਤ ਕੇ ਅਰਥ ਕਰਾਂਗੇ ਤਾਂ ਸਾਡੇ ਸਮਝਣ ਦੇ ਵਿੱਚ ਕੁਝ ਕਮੀ ਰਹਿਣ ਦੇ ਚਾਂਸਿਸ ਹੁੰਦੇ ਆ, ਕਿਉਂਕਿ ਡਰ ਜਾਂ ਭੈ ਨੂੰ ਸਹੀ ਰੂਪ ਦੇ ਵਿੱਚ ਸਮਝਣ ਦਾ ਯਤਨ ਕਰਨਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਵਰਣਨ ਕਰਦੇ ਹੋਏ ਮੂਲ ਮੰਤਰ 'ਚ ਗੁਰੂ ਸਾਹਿਬ ਨੇ ਰੱਬ ਦਾ ਗੁਣ ਦੱਸਿਆ ਨਿਰਭਉ, ਜਿਹੜਾ ਭੈ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ। ਤੇ ਰੋਜ਼ਾਨਾ ਰਹਿਰਾਸ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਆਉਂਦੇ ਹਨ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਹੜੇ ਨਿਰਭੈ ਨੂੰ ਸਿਮਰਨਗੇ ਉਹਨਾਂ ਦਾ ਭੈ ਦੂਰ ਹੋ ਜਾਏਗਾ। ਤਾਂ ਡਰ ਦਾ ਜਦੋਂ ਕਨਸੈਪਟ ਆਉਂਦਾ ਹੈ ਉਹਨੂੰ ਥੋੜ੍ਹਾ ਜਿਹਾ ਸਮਝਣ ਦੀ ਜ਼ਰੂਰਤ ਹੁੰਦੀ ਹੈ। ਡਰ ਦਾ ਅਰਥ ਜਦੋਂ ਆਪਾਂ ਇੱਥੇ ਲਵਾਂਗੇ ਤਾਂ ਡਰ ਦਾ ਅਰਥ ਇਸ ਤਰ੍ਹਾਂ ਆਵੇਗਾ ਹੁਕਮ।
ਜਿਵੇਂ ਸਧਾਰਨ ਤੌਰ ਤੇ ਕਹਿ ਲਓ ਕਿ ਫਲਾਣਾ ਉਸ ਦੇ ਡਰ ਵਿੱਚ ਚੱਲ ਰਿਹਾ, ਉਹ ਤੋਂ ਡਰਦਾ ਹੈ, ਇਹਦਾ ਮਤਲਬ ਉਹਦੇ ਹੁਕਮ ਦੇ ਵਿੱਚ ਹੈ। ਹੁਣ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕਿੰਨਾ ਕੁ ਕੁਝ ਵਰਤ ਰਿਹਾ ਹੈ, ਉਹਨੂੰ ਗੁਰੂ ਸਾਹਿਬ ਭੈ ਸ਼ਬਦ ਵਰਤਦੇ ਨੇ। ਤੇ ਭੈ ਦਾ ਦੂਜਾ ਰੂਪ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 4 ਲਾਵਾਂ ਦੇ ਵਿੱਚੋਂ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ। 4 ਲਾਵਾਂ ਜਿਹੜੀਆਂ ਹਨ ਸੂਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ। ਗਿਣਤੀ ਆਪਾਂ 4 ਕਰਦੇ ਹਾਂ, ਪਰ ਅਸਲ ਵਿੱਚ ਇੱਕ ਸ਼ਬਦ ਹੈ, 4 ਸ਼ਬਦ ਨਹੀਂ ਹਨ। ਇਹ 4 ਲਾਵਾਂ ਇੱਕ ਹੀ ਸ਼ਬਦ ਹੈ। ਉਹ ਇੱਕ ਸ਼ਬਦ ਦੀਆਂ 4 ਪੌੜੀਆਂ ਨੇ। ਇੱਕ ਪੌੜੀ ਨੂੰ ਪਹਿਲੀ ਲਾਮ, ਦੂਸਰੀ ਪੌੜੀ ਨੂੰ ਦੂਜੀ ਲਾਮ, ਤੀਜੀ ਪੌੜੀ ਨੂੰ ਤੀਜੀ ਲਾਮ, ਚੌਥੀ ਪੌੜੀ ਨੂੰ ਆਪਾਂ ਚੌਥੀ ਲਾਮ ਕਹਿੰਦੇ ਹਾਂ। ਤੋ ਇਹ 4 ਪੌੜੀਆਂ ਨੇ, ਸ਼ਬਦ ਇੱਕੋ ਹੀ ਹੈ, ਪਰ 4 ਪੌੜੀਆਂ ਦੇ ਵਿੱਚ ਹਰ ਪਹਿਲੜੀ ਲਾਮ, ਹਰ ਦੂਸਰੀ ਲਾਮ ਜਦੋਂ ਗੁਰੂ ਸਾਹਿਬ ਨੇ ਇੱਦਾਂ ਆਰੰਭ ਕੀਤਾ ਤਾਂ 4 ਤੱਕ ਗਿਣਤੀ ਜਾਣ ਕਰਕੇ ਆਪਾਂ ਇਹਨਾਂ ਨੂੰ 4 ਲਾਵਾਂ ਕਹਿੰਦੇ ਹਾਂ। ਤੋ ਇਹਨਾਂ 4 ਲਾਵਾਂ ਦੇ ਵਿੱਚ ਜੀਵ ਦਾ ਪਰਮਾਤਮਾ ਨਾਲ ਮੇਲ ਦਾ 4 ਸਟੇਜਿਸ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ। ਇਹ ਚੋਂ ਜਿਹੜੀ ਦੂਸਰੀ ਲਾਮ ਦਾ ਦੂਸਰੀ ਸਟੇਜ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ, ਉੱਥੇ ਗੁਰੂ ਸਾਹਿਬ ਨੇ ਬਚਨ ਕੀਤਾ ਹਰ ਦੂਜੜੀ ਲਾਮ, ਕਿ ਰੱਬ ਜੀ ਦੇ ਨਾਲ ਵਾਹਿਗੁਰੂ ਨਾਲ ਮਿਲਣ ਲਈ ਦੂਸਰੀ ਸਟੇਜ, ਦੂਸਰੀ ਲਾਮ, ਦੂਸਰਾ ਵੱਲ ਇਹ ਹੈ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਜੀਵ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ ਫਿਰ ਉਹਦੇ 'ਚੋਂ ਪ੍ਰਾਪਤ ਕੀ ਹੁੰਦਾ ਹੈ, ਮਨੁੱਖ ਦੀ ਪਰਸਨੈਲਿਟੀ 'ਚ, ਉਹਦੇ ਜੀਵਨ 'ਚ, ਉਹਦੇ ਪ੍ਰੈਕਟੀਕਲ ਲਾਈਫ 'ਚ, ਉਹਦੇ ਸੋਚਣ ਦੇ ਤਰੀਕੇ 'ਚ ਕਿਹੜੀ ਇੰਪਰੂਵਮੈਂਟ ਆਉਂਦੀ ਹੈ। ਗੁਰੂ ਸਾਹਿਬ ਜੀ ਦੱਸਦੇ ਹਨ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀ। ਮਨ ਦੇ ਵਿੱਚ ਨਿਰਭੈਤਾ ਆ ਜਾਂਦੀ ਹੈ। ਨਿਰਭਉ ਭੈ ਮਨ ਹੋਏ, ਮਨ ਜਿਹੜਾ ਭੈ ਵਿੱਚ ਸੀ ਉਹ ਨਿਰਭੈ ਹੋ ਜਾਂਦਾ। ਕਮਾਲ ਦੀ ਗੱਲ ਹੈ। ਗੁਰਬਾਣੀ ਇੱਕ ਪਾਸੇ ਭੈ ਦੀ ਗੱਲ ਕਰਦੀ ਹੈ, ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਨਿਰਭੈ ਹੋ ਜਾਂਦਾ ਜੀਵ, ਕਿ ਉਹਦੇ ਅੰਦਰੋਂ ਸਾਰੇ ਡਰ ਖਤਮ ਹੋ ਜਾਂਦੇ ਨੇ। ਗੁਰੂ ਰਾਮਦਾਸ ਜੀ ਫਿਰ ਗੱਲ ਨੂੰ ਹੋਰ ਸਪਸ਼ਟ ਕਰਦੇ ਹੋਏ ਅਗਲੀ ਪੰਕਤੀ 'ਚ ਫਰਮਾਉਂਦੇ ਹਨ। ਪਹਿਲੀ ਪੰਕਤੀ 'ਚ ਕਹਿਤਾ ਭੈ ਦੂਰ ਹੋ ਗਏ, ਪਰ ਦੂਜੀ ਪੰਕਤੀ 'ਚ ਦੱਸਿਆ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਭੈ ਦੂਰ ਹੋ ਗਏ, ਦੁਨੀਆ ਦੇ ਭੈ ਦੂਰ ਹੋ ਗਏ। ਉਹ ਭੈ ਕਿਹੜੇ ਨੇ ਜਿਹੜੇ ਦੂਰ ਹੋ ਗਏ? ਉਹ ਭੈ ਹੈ ਚੰਗੇ ਮੰਦੇ ਦਿਨਾਂ ਦਾ ਭੈ, ਕਈ ਲੋਕੀ ਮਨ 'ਚ ਰੱਖਦੇ ਆ। ਸ਼ਗਨ ਅਪਸ਼ਗਨ ਦਾ ਭੈ ਮਨ ਵਿੱਚ ਰੱਖਦੇ ਆ। ਕਈ ਲੋਕੀ ਆਪਣੇ ਮਨ ਦੇ ਵਿੱਚ ਕਿਸੇ ਦਿਨ ਨੂੰ ਚੰਗਾ ਮਾੜਾ ਮੰਨ ਕੇ, ਮੁਹੂਰਤ ਚੰਗਾ ਮਾੜਾ ਮੰਨ ਕੇ, ਕੋਈ ਰੰਗ ਕਿਹੜਾ ਪਾਉਣਾ ਕਿਹੜਾ ਨਹੀਂ ਪਾਉਣਾ, ਕਿਸ ਦਿਸ਼ਾ ਵੱਲ ਸਫ਼ਰ ਕਰਨਾ ਨਹੀਂ ਕਰਨਾ, ਮਤਲਬ ਇੰਨੇ ਕੁ ਜ਼ਿਆਦਾ ਭੈ ਨੇ। ਕੋਈ ਜਗ੍ਹਾ ਬੜੀ ਕੈੜੀ ਹੈ ਜੀ, ਬੜੀ ਉੱਥੇ ਮੰਨਤਾ ਕਰਨੀ ਪੈਣੀ, ਫਲਾਣੀ ਥਾਂ ਮੱਥਾ ਟੇਕਣਾ ਪੈਣਾ, ਇਹ ਦਰਖਤ ਵਿੱਚ ਬੜੀ ਤਾਕਤ ਹੈ, ਪਤਾ ਨਹੀਂ ਕਿੰਨਾ ਕੁ ਕੁਝ ਲੋਕਾਂ ਨੇ ਦਿਮਾਗ 'ਚ ਪਾਇਆ। ਫਲਾਣਾ ਗ੍ਰਹਿ ਭਾਰੂ ਹੋ ਜਾਣਾ ਹੈ, ਫਲਾਣਾ ਗ੍ਰਹਿ ਅਸ਼ੁਭ ਹੋ ਜਾਣਾ ਹੈ। ਕਈ ਤਰ੍ਹਾਂ ਦੀਆਂ ਮੁੰਦੀਆਂ ਨਗ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਪਾਏ ਹੋਏ ਨੇ। ਇਹ ਮਨੁੱਖ ਦੇ ਡਰ ਦੀਆਂ ਨਿਸ਼ਾਨੀਆਂ ਨੇ। ਇਹ ਹੈ ਦੁਨੀਆਦਾਰੀ ਦਾ ਡਰ, ਸੰਸਾਰ ਦੇ ਡਰ, ਮੇਰਾ ਕੋਈ ਨੁਕਸਾਨ ਨਾ ਹੋ ਜਾਏ, ਮੈਨੂੰ ਕੁਝ ਇੱਦਾਂ ਨਾ ਹੋ ਜਾਏ, ਮੇਰਾ ਘਾਟਾ ਨਾ ਪੈ ਜਾਏ। ਇਹ ਡਰ, ਇਹਨਾਂ ਡਰਾਂ ਦੇ ਵਿੱਚ ਹੀ ਇਨਸਾਨ ਸਾਰੀ ਜ਼ਿੰਦਗੀ ਕੱਢ ਦਿੰਦਾ ਹੈ। ਪਰ ਜਦੋਂ ਗੁਰੂ ਮਿਲਿਆ, ਗੁਰੂ ਨਾਲ ਮਿਲ ਕੇ ਕੀ ਹੋਇਆ? ਨਿਰਭਉ ਭੈ ਮਨ ਹੋਏ। ਮਨ ਇਹ ਭੈ ਚੋਂ, ਇਹ ਡਰ ਚੋਂ ਨਿਕਲ ਗਿਆ। ਕਿਉਂ ਨਿਕਲ ਗਿਆ? ਕਿਉਂਕਿ ਗੁਰੂ ਨੇ ਰੱਬ ਦੀ ਰਜ਼ਾ, ਵਾਹਿਗੁਰੂ ਦੇ ਹੁਕਮ ਦਾ ਸਿਧਾਂਤ ਸਮਝਾ ਦਿੱਤਾ ਵੀ ਆਹ ਸਿਧਾਂਤ ਹੈ, ਇਹਦੇ ਮੁਤਾਬਕ ਚੱਲੋ। ਦੇਖੋ ਸਾਰੀ ਦੁਨੀਆ ਇਸ ਤਰ੍ਹਾਂ ਚੱਲ ਰਹੀ ਹੈ, ਜਗਤ ਚੱਲ ਰਿਹਾ ਹੈ। ਮਨੁੱਖ ਜਦੋਂ ਆਪਣੇ ਤੋਂ ਉੱਚਾ ਉੱਠ ਕੇ ਦੇਖਦਾ, ਕਹਿੰਦਾ ਵਾਕਈ ਇਹ ਤਾਂ ਸਾਰੀ ਸੰਸਾਰ ਉਹਦੀ ਰਜ਼ਾ 'ਚ ਚੱਲ ਰਿਹਾ। ਫਿਰ ਉਹਦੇ ਅੰਦਰੋਂ ਕਈ ਤਰ੍ਹਾਂ ਦੇ ਡਰ, ਕਈ ਤਰ੍ਹਾਂ ਦੇ ਭੁਲੇਖੇ ਦੂਰ ਹੋ ਜਾਂਦੇ ਆ। ਤਾਂ ਮੇਰੇ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਜੀ ਨੇ ਉੱਥੇ ਅਗਲੀ ਪੰਕਤੀ 'ਚ ਇਹ ਕਿਹਾ ਵੀ ਜਦੋਂ ਉਹ ਡਰ ਦੂਰ ਹੋ ਗਏ, ਇੱਕ ਵੱਖਰੀ ਤਰ੍ਹਾਂ ਦਾ ਡਰ ਜਿਹਨੂੰ ਨਿਰਮਲ ਭਉ ਕਿਹਾ, ਅਦਬ ਅਤੇ ਸਤਿਕਾਰ ਵਾਲਾ ਡਰ। ਉਹਦਾ ਭਾਵ ਹੈ ਰੱਬ ਜੀ ਦੀ ਰਜ਼ਾ ਵਿੱਚ ਚੱਲਣਾ, ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ। ਰੱਬ ਜੀ ਦੀ ਰਜ਼ਾ ਵਿੱਚ, ਹੁਕਮ ਵਿੱਚ ਚੱਲਣ ਦਾ ਜਿਹੜਾ ਨਿਰਮਲ ਭਉ ਹੈ, ਇਹ ਜੀਵ ਦੇ ਅੰਦਰ ਵਸ ਜਾਂਦਾ ਹੈ। ਆ ਕੇ ਨਿਰਮਲ ਭਉ ਪਾਇਆ, ਹਰ ਗੁਣ ਗਾਇਆ। ਜਿਵੇਂ ਇੱਕ ਪਤੀ ਤੇ ਪਤਨੀ, ਇੱਕ ਬੱਚਿਆਂ ਦੇ ਮਨ ਵਿੱਚ ਆਪਣੇ ਵਡੇਰਿਆਂ ਦਾ ਇੱਕ ਨਿਰਮਲ ਭਾਵ ਹੁੰਦਾ ਹੈ।
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਂਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਜਾਣਦੇ ਹੋਏ ਇੱਕ ਨਿਰਮਲ ਭੈ ਮਨ ਵਿੱਚ ਰੱਖਦੇ। ਨਿਰਮਲ ਭੈ ਹੈ, ਉਹ ਭੈ ਰੱਖਣਾ ਹੈ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਦਬ ਨਾਲ ਬੋਲੀਏ, ਅਦਬ ਨਾਲ ਚੱਲੀਏ, ਅਦਬ ਨਾਲ ਕੋਈ ਕਾਰਜ ਕਰੀਏ। ਤੋ ਇਹ ਹੈ ਨਿਰਮਲ ਭਾਉ। ਤੋ ਨਿਰਮਲ ਭਾਉ ਰੱਬ ਦੀ ਇੱਕ ਰਜ਼ਾ ਦਾ ਰੂਪ ਹੈ। ਉਹ ਰਜ਼ਾ ਦੇ ਵਿੱਚ, ਉਹ ਨਿਰਮਲ ਭਾਉ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਡਰ ਵਿੱਚ ਨਹੀਂ, ਜਿਸ ਤਰ੍ਹਾਂ ਆਪਾਂ ਡਰ ਦਾ ਕਨਸੈਪਟ ਦੂਜਾ ਸਮਝਣਾ, ਕਿਸੇ ਨੂੰ ਡਰਾ ਦੇਣਾ ਜਾਂ ਡਰ ਜਾਣਾ, ਉੱਦਾਂ ਨਹੀਂ। ਨਿਰਮਲ ਭੈ ਜੋ ਕਿ ਰੱਬ ਦੀ ਰਜ਼ਾ ਦਾ ਪ੍ਰਤੀਕ ਹੈ, ਸਤਿਕਾਰ ਨਾਲ ਉਹਦੇ ਹੁਕਮ ਵਿੱਚ ਚੱਲਣ ਦਾ ਪ੍ਰਤੀਕ ਹੈ। ਉਸ ਨਿਰਮਲ ਭੈ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਹਵਾ, ਪਾਣੀ, ਆਕਾਸ਼, ਸਾਰਾ, ਈਵਨ ਸੂਰਜ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ, ਧਰਤੀ ਵੀ ਉਹਦੇ ਨਿਰਮਲ ਭਾਉ ਦੇ ਵਿੱਚ ਹੈ, ਅੱਗ ਵੀ ਉਹਦੇ ਨਿਰਮਲ ਭਾਉ 'ਚ ਹੈ। ਇਹ ਜਿੰਨਾ ਵੀ ਕੁਝ ਹੈ ਉਹਦੇ ਇੱਕ ਨਿਰਮਲ ਭਾਉ 'ਚ, ਇੱਕ ਅਦਬ ਵਿੱਚ ਚੱਲ ਰਿਹਾ ਹੈ। ਇਸ ਰੂਪ ਦੇ ਵਿੱਚ ਆਪਾਂ ਇਸ ਸ਼ਲੋਕ ਨੂੰ ਸਮਝਣਾ ਹੈ। ਗੁਰੂ ਨਾਨਕ ਸਾਹਿਬ ਜੋ ਲਿਸਟ ਬਣਾ ਰਹੇ ਹਨ, ਆਓ ਭਾਈ ਸਾਹਿਬ ਜੀ ਤੋਂ ਪਿਆਰ ਨਾਲ ਸਰਵਣ ਕਰੀਏ ਜੀ। ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲਹਿ ਲਖ ਦਰਿਆਉ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੈ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹਿਲਾ ਪਹਿਲਾ। ਇੱਥੇ ਰੱਖੀਏ ਜੀ। ਹਾਂਜੀ, ਇਹਦੇ ਵਿੱਚ ਦੇਖੋ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਸੂਰਜ ਅਤੇ ਚੰਦਰਮਾ ਵੀ ਉਸ ਦੇ ਭੈ ਵਿੱਚ ਹਨ। ਕੋਹ ਕਰੋੜੀ ਚਲਤ ਨਾ ਅੰਤ। ਕੋਹ ਦਾ ਅਰਥ ਕੋਹ, ਮੀਲ, ਮਾਈਲਸ। ਕਰੋੜੀ ਦਾ ਅਰਥ ਹੈ ਕਰੋੜਾਂ ਹੀ, ਚਲਤ ਨਾ ਅੰਤ। ਇਹਨਾਂ ਦੇ ਚੱਲਦਿਆਂ ਅੰਤ ਨਹੀਂ ਹੈ, ਕਿੰਨਾ ਕੁ ਚੱਲ ਚੁੱਕਿਆ। ਮਤਲਬ ਗੁਰਬਾਣੀ ਨੇ ਇਹ ਸਾਨੂੰ ਦੱਸਿਆ ਵੀ ਜੇ ਚੰਦਰਮਾ ਚੱਲ ਰਿਹਾ, ਸੂਰਜ ਵੀ ਚੱਲ ਰਿਹਾ ਹੈ, ਧਰਤੀ ਵੀ ਚੱਲ ਰਹੀ ਹੈ, ਮਤਲਬ ਇੱਕ ਇਹਨਾਂ ਦੀ ਚਾਲ ਹੈ। ਤੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿੱਦਾਂ ਗਲੈਕਸੀਜ਼ ਚੱਲ ਰਹੀਆਂ ਨੇ, ਉਹ ਚੀਜ਼ ਨੂੰ ਬਾਣੀ 'ਚ ਵਰਣਨ ਕੀਤਾ। ਤੋ ਹੁਣ ਇੱਥੇ ਆ ਕੇ ਲਾਸਟ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆਂ, ਸਾਰਿਆਂ ਦੇ ਉੱਪਰ, ਸਗਲਿਆਂ, ਇੱਥੇ ਉਚਾਰਨ ਆਪਾਂ ਨਾਸਕੀ ਕਰਾਂਗੇ। ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ। ਇੱਥੇ ਨਾਨਕ ਤੋਂ ਬਾਅਦ ਵਿਸ਼ਰਾਮ ਦੇਣਾ। ਹੇ ਨਾਨਕ, ਨਿਰਭਉ ਨਿਰੰਕਾਰ ਸਚ ਏਕ। ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਡਰ ਤੋਂ ਰਹਿਤ। ਨਿਰੰਕਾਰ, ਜਿਸ ਦਾ ਕੋਈ ਵੀ ਆਕਾਰ ਨਹੀਂ ਹੈ। ਰੱਬ ਜੀ ਦਾ, ਵਾਹਿਗੁਰੂ ਦਾ, ਅਕਾਲ ਪੁਰਖ ਦਾ ਕੋਈ ਆਕਾਰ ਬਣਾ ਕੇ ਨਹੀਂ ਦੱਸਿਆ ਜਾ ਸਕਦਾ। ਸੱਚ, ਸਦਾ ਰਹਿਣ ਵਾਲਾ। ਸੱਚ ਦਾ ਅਰਥ ਹੈ ਸਦਾ ਰਹਿਣ ਵਾਲਾ। ਏਕ ਦਾ ਅਰਥ ਹੈ ਕੇਵਲ ਤੇ ਕੇਵਲ ਇੱਕ ਤਾਕਤ, ਇੱਕ ਓੰਕਾਰ। ਜਿਹੜਾ ਭੈ ਤੋਂ ਰਹਿਤ ਹੈ, ਜਿਸ ਨੂੰ ਆਪ ਕਿਸੇ ਦੀ ਕਮਾਂਡ ਵਿੱਚ ਚੱਲਣ ਦੀ ਜ਼ਰੂਰਤ ਨਹੀਂ ਹੈ, ਜਿਸ ਨੂੰ ਆਪ ਕਿਸੇ ਦੇ ਅੱਗੇ ਹੁਕਮ ਵਿੱਚ ਚੱਲਣ ਦੀ ਜ਼ਰੂਰਤ ਨਹੀਂ ਹੈ, ਉਹ ਇੱਕੋ ਇੱਕ ਤਾਕਤ ਹੈ। ਉਹ ਤਾਕਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਜੋ ਨਿਰੰਕਾਰ ਹੈ, ਜਿਹਦਾ ਕੋਈ ਆਕਾਰ ਨਹੀਂ। ਜਿਹੜੀ ਚੀਜ਼ ਆਕਾਰ ਦੇ ਵਿੱਚ ਆ ਗਈ ਹੈ, ਉਹ ਕਿਸੇ ਨਾ ਕਿਸੇ ਸਿਸਟਮ 'ਚ ਚੱਲਣਾ ਪਏਗਾ ਉਸ ਨੂੰ। ਅਕਾਲ ਪੁਰਖ ਵਾਹਿਗੁਰੂ ਜੀ ਸਰਗੁਣ ਹੋਣ ਦੇ ਬਾਵਜੂਦ ਨਿਰਗੁਣ ਹੈ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਕਿਸੇ ਭੈ ਦੇ ਵਿੱਚ ਹੈ ਨਹੀਂ। ਇਸੇ ਗੱਲ ਨੂੰ ਗੁਰੂ ਸਾਹਿਬ ਜੀ ਰਿਪੀਟ ਕਰਕੇ ਫਿਰ ਅਗਲਾ ਸ਼ਲੋਕ ਪ੍ਰਾਰੰਭ ਕਰ ਰਹੇ ਹਨ। ਮਹਿਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ। ਇੱਥੇ ਵੀ ਆਪਾਂ ਨਾਨਕ ਤੋਂ ਬਾਅਦ ਥੋੜਾ ਵਿਸ਼ਰਾਮ ਦੇਵਾਂਗੇ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ। ਬਹੁਤ ਵਧੀਆ ਜੀ। ਕੀਤੇ ਨਚੇ ਮੰਗਤੇ, ਗਿੜ ਮੁੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ, ਆਏ ਕੱਢੈ ਬਾਜ਼ਾਰ। ਗਾਵਹਿ ਰਾਜੇ ਰਾਣੀਆਂ, ਬੋਲਹਿ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ।
ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਸਾਰ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਆਪ ਜੀ ਫਰਮਾ ਰਹੇ ਹਨ, ਨਾਨਕ ਨਿਰਭਉ ਨਿਰੰਕਾਰ, ਨਿਰਭਉ ਭੈ ਤੋਂ ਰਹਿਤ, ਜਿਸ ਨੂੰ ਕਿਸੇ ਦੀ ਹੋਰ ਦੀ ਕਮਾਂਡ ਵਿੱਚ ਚੱਲਣ ਦੀ ਜ਼ਰੂਰਤ ਨਹੀਂ ਹੈ। ਨਿਰੰਕਾਰ, ਨਿਰੰਕਾਰ, ਜਿਹੜਾ ਆਕਾਰ ਤੋਂ ਰਹਿਤ ਹੈ, ਪਰਮਾਤਮਾ ਨਿਰਗੁਣ ਸਰੂਪ, ਉਹ ਹੀ ਨਿਰਭਉ ਹੈ। ਬਾਕੀ ਸਾਰਿਆਂ ਨੂੰ ਭੈ ਦੇ ਵਿੱਚ, ਰਜ਼ਾ ਦੇ ਵਿੱਚ, ਹੁਕਮ ਦੇ ਵਿੱਚ ਚੱਲਣਾ ਹੀ ਪੈਂਦਾ ਹੈ। ਭੈ ਦੇ ਵਿੱਚ, ਰਜ਼ਾ 'ਚ, ਹੁਕਮ ਦੇ ਵਿੱਚ, ਨਿਰਮਲ ਭਾਵ 'ਚ ਚੱਲਣਾ ਪਏਗਾ। ਜਿਹਨੇ ਵੀ ਆਕਾਰ ਧਾਰਨ ਕਰ ਲਿਆ, ਉਹ ਚਾਹੇ ਕੋਈ ਮਹਾਂਪੁਰਸ਼ ਹੈ, ਗੁਰੂ ਸਾਹਿਬਾਨ ਜੀ ਵੀ, ਭਗਤ ਸਾਹਿਬਾਨ ਵੀ, ਜਦੋਂ ਸਰੀਰ ਧਾਰਨ ਕਰਕੇ ਆਏ ਨੇ ਤਾਂ ਜਨਮ ਹੋਇਆ, ਸਰੀਰ ਅੱਗੇ ਵਧੇ ਤਾਂ ਸਰੀਰ ਅਖੀਰ ਉਹਨਾਂ ਨੇ ਆਪਣੇ ਚੋਲਿਆਂ ਨੂੰ ਬਦਲ ਦਿੱਤਾ। ਤੋ ਇਸ ਤਰ੍ਹਾਂ ਇਹ ਸਮੇਂ-ਸਮੇਂ 'ਤੇ ਜਿਹੜੀ ਵੀ ਚੀਜ਼ ਪ੍ਰਗਟ ਹੋ ਗਈ ਹੈ, ਆਕਾਰ ਧਾਰਨ ਕਰ ਗਈ ਹੈ, ਉਹ ਉਸ ਰੱਬੀ ਹੁਕਮ ਦੇ ਵਿੱਚ ਚੱਲੇਗੀ ਹੀ। ਉਹਨੂੰ ਭਉ ਦੇ ਵਿੱਚ, ਭੈ ਦੇ ਵਿੱਚ ਚੱਲਣਾ ਹੀ ਪਏਗਾ। ਤੇ ਮਹਾਰਾਜ ਜੀ ਨੇ, ਗੁਰੂ ਗਰੀਬ ਨਿਵਾਸ ਨੇ ਦੱਸਿਆ, ਪਰ ਦੁਨੀਆ ਦੇ ਲੋਕਾਂ ਨੇ ਵੱਡਾ ਭੁਲੇਖਾ ਖਾਧਾ। ਭੁਲੇਖਾ ਖਾ ਲਿਆ ਜਾਂ ਦੁਨੀਆ ਨੂੰ ਮਿਸਗਾਈਡ ਕਰ ਦਿੱਤਾ ਗਿਆ। ਤੇ ਦੁਨੀਆ ਦੇ ਵਿੱਚ ਕੁਝ ਇੱਕ ਰਾਜਿਆਂ ਨੂੰ ਜਾਂ ਕੁਝ ਇੱਕ ਸ਼ਖਸੀਅਤਾਂ ਨੂੰ ਭਗਵਾਨ ਬਣਾ ਕੇ ਪੇਸ਼ ਕਰ ਦਿੱਤਾ। ਕਹਿੰਦੇ ਇਹ ਭਗਵਾਨ ਨੇ, ਇਹ ਅਵਤਾਰ ਨੇ। ਤੇ ਲੋਕਾਂ ਨੇ ਉਹਨਾਂ ਦੀ ਵਰਸ਼ਿਪ ਕੀਤੀ, ਪੂਜਾ ਕੀਤੀ, ਅੱਜ ਵੀ ਕੀਤੀ ਜਾ ਰਹੀ ਹੈ। ਹੁਣ ਉਹਨਾਂ ਨੂੰ, ਜਿਨ੍ਹਾਂ ਨੂੰ ਮਾਲਕ ਰੱਬ ਭਗਵਾਨ ਬਣਾ ਕੇ ਪੇਸ਼ ਕੀਤਾ, ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਹੋਰ ਕੇਤੇ ਰਾਮ ਰਵਾਲ, ਰਾਮ ਜੀ ਆਦਿਕ, ਜਾਂ ਕੁਝ ਲੋਕ ਜਿਨ੍ਹਾਂ ਨੇ ਕ੍ਰਿਸ਼ਨ ਜੀ ਨੂੰ, ਰਾਮ ਜੀ ਨੂੰ ਭਗਵਾਨ ਕਿਹਾ, ਉਹਨਾਂ ਦੇ ਆਪਣੇ ਧਰਮ ਦੀ ਸ਼ਰਧਾ ਹੈ। ਮੈਂ ਵੀ ਬੇਨਤੀ ਕਰਦਿਆਂ, ਕਿਉਂਕਿ ਕੋਈ ਵੀ ਧਰਮ ਜਦੋਂ ਚੱਲਦਾ ਹੈ, ਇੱਕ ਆਪਣੀ ਵੱਖਰੀ ਵਿਸ਼ੇਸ਼ ਵਿਚਾਰਧਾਰਾ ਲੈ ਕੇ ਚੱਲਦਾ ਹੈ। ਹੁਣ ਗੁਰੂ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਸਨ, ਉਹਨਾਂ ਦੀ ਆਪਣੀ ਵਿਚਾਰਧਾਰਾ ਸੀ, ਪਰ ਗੁਰੂ ਸਾਹਿਬ ਦੀ ਇੱਕ ਆਪਣੀ ਵਿਚਾਰਧਾਰਾ ਕਹਿ ਲਓ ਜਾਂ ਰੱਬੀ ਇਲਹਾਮ ਗਿਆਨ ਕਹਿ ਲਓ, ਕਿਉਂਕਿ ਵਿਚਾਰਧਾਰਾ ਸ਼ਬਦ ਕਈ ਵਾਰੀ ਗੁਰੂ ਸਾਹਿਬਾਨ ਜੀ ਦੇ ਅੱਗੇ ਛੋਟਾ ਲੱਗਦਾ ਹੈ ਸ਼ਬਦ। ਇਸ ਕਰਕੇ ਗੁਰੂ ਸਾਹਿਬ ਜੀ ਦਾ ਜੋ ਰੱਬੀ ਗਿਆਨ ਹੈ, ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ, ਸਮਝਾਈ ਜਾ ਰਹੀ ਹੈ ਵੀ ਕਿਸੇ ਨੂੰ ਵੀ ਰੱਬ ਕਰਕੇ ਨਹੀਂ ਮੰਨਿਆ ਜਾ ਸਕਦਾ। ਤੇ ਉਹ ਜਿਹੜੇ ਵੀ ਆਏ ਨੇ, ਉਹ ਤਾਂ ਹੁਕਮ ਦੇ ਵਿੱਚ ਨੇ, ਹੁਕਮ ਦੇ ਵਿੱਚ ਹੀ ਬਣੇ ਆ, ਹੁਕਮ ਦੇ ਵਿੱਚ ਹੀ ਉਹ ਸਮੇਂ ਸਿਰ ਲੈ ਹੋ ਗਏ ਸੰਸਾਰ ਤੋਂ। ਦੂਜੀ ਗੱਲ ਹੈ ਵੀ ਰੱਬ ਕਿੱਡਾ ਕੁ ਵੱਡਾ। ਜੇ ਕੋਈ ਕਹਦੇ ਵੀ ਕੰਪੇਅਰ ਕਰਕੇ ਦੱਸ ਦਿਓ, ਗੁਰੂ ਨਾਨਕ ਸਾਹਿਬ ਕੁਝ ਕੰਪੇਅਰ ਕਰ ਦਿਓ, ਥੋੜ੍ਹਾ ਜਿਹਾ ਕੋਈ ਤੁਲਨਾ ਕਰਕੇ ਦੱਸ ਦਿਓ ਵੀ ਇਹਨਾਂ ਦੀ ਕਿੰਨੀ ਕੁ ਹਸਤੀ ਹੈ, ਜਿਨ੍ਹਾਂ ਨੂੰ ਲੋਕੀ ਕੇਵਲ ਇੰਡੀਆ ਵਿੱਚ ਨਹੀਂ, ਵਰਲਡ ਲੈਵਲ 'ਤੇ ਕਿਤੇ ਵੀ ਕਿਸੇ ਨੂੰ ਭਗਵਾਨ ਮੰਨਿਆ ਜਾ ਰਿਹਾ, ਰੱਬ ਮੰਨਿਆ ਜਾ ਰਿਹਾ ਹੈ, ਜਾਂ ਰੱਬ ਦਾ ਅਵਤਾਰ ਮੰਨਿਆ ਜਾ ਰਿਹਾ ਹੈ, ਵੀ ਇਹਨਾਂ ਵਿੱਚ ਤੇ ਅਸਲ ਜੋ ਨਿਰੰਕਾਰ ਵਾਹਿਗੁਰੂ ਹੈ, ਵੀ ਕਿੰਨਾ ਕੁ ਫਰਕ ਹੈ, ਕਿੰਨੇ ਕੁ ਤੁਲਨਾ ਕੀਤੀ ਜਾ ਸਕਦੀ ਹੈ। ਤਾਂ ਗੁਰੂ ਸਾਹਿਬ ਨੇ ਭੁਲੇਖੇ ਹੀ ਕੱਢ ਦਿੱਤਾ। ਗੁਰੂ ਸਾਹਿਬ ਕਹਿੰਦੇ ਹੋਰ ਕੇਤੇ ਰਾਮ ਰਵਾਲ। ਰਵਾਲ ਸ਼ਬਦ ਹੁੰਦਾ ਚਰਨਾਂ ਦੀ ਧੂੜੀ, ਪੈਰਾਂ ਦੀ ਧੂੜੀ। ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ, ਉਹਦੇ ਪੈਰਾਂ ਹੇਠਾਂ ਕੋਈ ਮਿੱਟੀ ਹੈ, ਉਹ ਮਿੱਟੀ ਦੇ ਕਿੰਨੇ ਕਿਣਕੇ ਉਹਦੇ ਪੈਰਾਂ ਹੇਠਾਂ ਆ ਜਾਣੇ ਆ। ਪਿਆ ਹੋਵੇ ਤੇ ਕਿਸੇ ਉਹ ਕਿਣਕਿਆਂ ਦੇ ਵਿੱਚੋਂ ਇੱਕ ਕੋਈ ਬਿਲਕੁਲ ਬਰੀਕ ਕਿਣਕਾ ਚੁੱਕ ਲਿਆ ਜਾਏ, ਹੁਣ ਉਹਦੇ ਪੈਰਾਂ ਹੇਠਾਂ ਕਿੰਨੀ ਮਿੱਟੀ ਆਈ ਸੀਗੀ, ਕਿੰਨੇ ਕਦਮਾਂ 'ਚ ਚੱਲਿਆ, ਕਿੰਨੀ ਮਿੱਟੀ ਆਈ, ਉਹਨਾਂ 'ਚੋਂ ਇੱਕ ਕਿਣਕੇ ਤੋਂ ਕਿਣਕਾ ਚੁੱਕਿਆ ਗਿਆ। ਉਹ ਕਿਣਕਾ ਕੀ ਪਾਇਆ? ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਨਿਰੰਕਾਰ ਦੀ ਹਸਤੀ ਐਡੀ ਕੁ ਵੱਡੀ ਹੈ ਵੀ ਜਿਨ੍ਹਾਂ ਨੂੰ ਦੁਨੀਆ ਭਗਵਾਨ ਕਰਕੇ ਮੰਨਣ ਲੱਗ ਜਾਂਦੀ ਆ, ਉਹ ਤਾਂ ਚਰਨਾਂ ਦੀ ਧੂੜ ਦੀ ਤਰ੍ਹਾਂ ਹੀ ਨੇ। ਅਸਲ ਨਿਰੰਕਾਰ ਵਾਹਿਗੁਰੂ ਬਹੁਤ ਵੱਡੀ ਹਸਤੀ ਹੈ। ਮੈਂ ਫਿਰ ਰਿਪੀਟ ਕਰਦਿਆਂ, ਇੱਥੇ ਕਿਸੇ ਪਾਰਟੀਕੂਲਰ ਧਰਮ ਦੀ ਗੱਲ ਕਰਕੇ ਗੁਰੂ ਸਾਹਿਬ ਕਿਸੇ ਨੂੰ ਗੱਲ ਨਹੀਂ ਕਹਿ ਰਹੇ। ਗੱਲ ਹੈ ਸਮਝਾਉਣ ਦੀ ਕਿ ਜੋ ਅਸਲ ਵਿਚਾਰਧਾਰਾ, ਅਸਲ ਗਿਆਨ ਨੂੰ ਜੇ ਤੁਸੀਂ ਸਮਝਣਾ ਹੈ ਤਾਂ ਰੱਬ ਦੀ, ਨਿਰੰਕਾਰ ਦੀ ਹਸਤੀ ਐਡੀ ਕੁ ਵੱਡੀ ਹੈ। ਦੁਨੀਆ ਦੇ ਵਿੱਚ ਇੱਥੇ ਜਿੰਨੀਆਂ ਮਹਾਨ ਤੋਂ ਮਹਾਨ ਹਸਤੀਆਂ ਜਾਂ ਸ਼ਖਸੀਅਤਾਂ ਹੋਈਆਂ ਨੇ ਜਾਂ ਹਨ, ਇਹ ਤਾਂ ਪੈਰਾਂ ਦੇ ਹੇਠਾਂ ਆਈ ਹੋਈ ਧੂੜੀ ਦੇ ਇੱਕ ਬਰੀਕ ਤੋਂ ਬਰੀਕ ਤੋਂ ਬਰੀਕ ਕਿਣਕੇ ਦੇ ਸਮਾਨ, ਪਰ ਦੁਨੀਆ ਉਹਨਾਂ ਨੂੰ ਹੀ ਰੱਬ ਕਰਕੇ ਮੰਨੀ ਜਾਂਦੀ ਹੈ। ਤੇ ਉੱਥੇ ਉਹਨਾਂ ਦਾ ਧਿਆਨ ਇੱਕ ਬਾਉਂਡ ਹੋ ਜਾਂਦਾ ਉਸ ਬਾਉਂਡਰੀ ਦੇ ਵਿੱਚ।
ਬਾਉਂਡ ਹੋਣ ਕਰਕੇ ਜੋ ਅਸਲ ਨਿਰੰਕਾਰ ਦੀ ਗੱਲ ਸਮਝਣੀ ਸੀ, ਮੰਨਣਾ ਸੀ ਜਿਸ ਚੀਜ਼ ਨੂੰ, ਉਹਨੂੰ ਮੰਨਣ ਤੋਂ ਇਨਸਾਨ ਵਾਂਝਾ ਰਹਿ ਜਾਂਦਾ ਹੈ। ਤਾਂ ਆਪ ਜੀ ਨੇ ਕਿਹਾ ਵੀ ਇਹ ਗੱਲਾਂ ਨੇ ਕੇਤੀਆਂ ਕੰਨ ਕਹਾਣੀਆਂ। ਕੰਨ ਕੱਕੇ ਤੇ ਟਿੱਪੀ ਨੰਨਾ, ਨੰਨੇ ਦੇ ਹੇਠਾਂ ਛੋਟੀ ਜਿਹੀ ਔਂਕੜ ਹੈ ਜਿਹਨੂੰ ਹਲੰਤ ਆਪਾਂ ਕੱਲ ਕਿਹਾ ਸੀ। ਕੰਨ ਕਾਣ ਕ੍ਰਿਸ਼ਨ ਜੀ, ਉਹਨਾਂ ਦੀਆਂ ਕਿੰਨੀਆਂ ਕਹਾਣੀਆਂ ਕੀਤੀਆਂ ਜਾਂਦੀਆਂ ਨੇ। ਕਈ ਤਰ੍ਹਾਂ ਦੇ ਉਹਨਾਂ ਦੇ ਰੂਪ ਬਣਾ ਕੇ ਮੰਗ ਤੇ ਨੱਚਦੇ ਆ ਤੇ ਲੋਕੀ ਉਹਨਾਂ ਨੂੰ ਦਾਨ ਦਿੰਦੇ ਆ। ਕਈ ਕੁਝ ਕਰਕੇ ਧਰਮ ਦੇ ਨਾਂ ਤੇ ਰਾਸਾਂ ਆਦਿਕ ਪਾ ਕੇ ਲੋਕ ਇਹਨੂੰ ਭਗਤੀ ਕਰਨੀ ਕਹਿੰਦੇ ਆ ਤੇ ਇਹਦੇ ਵਿੱਚ ਹੀ ਸੰਸਾਰ ਲੱਗਿਆ ਹੋਇਆ। ਪਰ ਲਾਸਟ ਵਿੱਚ ਕੀ ਕਨਕਲੂਜਨ ਦੇ ਰਹੇ ਹਨ? ਗਿਆਨ ਨਾ ਗੱਲਾਂ ਹੀ ਢੂੰਡੀ ਹੈ। ਗੱਲਾਂ ਹੀ, ਇਹਨੂੰ ਥੋੜਾ ਜਿਹਾ ਉਚਾਰਾਂਗੇ ਆਪਾਂ, ਗੱਲਾਂ ਹੀ। ਗਲੀ ਵੀ ਨਹੀਂ ਕਹਿ ਸਕਦੇ, ਗਲੀ ਦਾ ਇੱਥੇ ਗਲੀਆਂ ਹੋ ਗਿਆ। ਗਲੀ ਸ਼ਬਦ ਆਉਂਦਾ, ਤਿੰਨ ਤਰ੍ਹਾਂ ਨਾਲੇ ਸ਼ਬਦ ਆਉਂਦਾ। ਗਲੀ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਵੰਗ। ਗਲੀ ਦਾ ਅਰਥ ਹੋ ਗਿਆ ਗਲ। ਤੇ ਕਹੋ ਮਿਲੈ ਕਿਤ ਗਲੀ, ਗਲੀ ਦਾ ਅਰਥ ਹੋ ਗਿਆ ਰਸਤਾ। ਇੱਕ ਸ਼ਬਦ ਆਉਂਦਾ ਗੱਲੀ, ਜਿੱਥੇ ਕਹਾਂਗੇ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਯੋਗ ਨਹੀਂ ਹੁੰਦਾ, ਰੱਬ ਨਾਲ ਮਿਲਿਆ ਨਹੀਂ ਜਾਂਦਾ। ਗੱਲੀ ਗੁਰੂ ਸਾਹਿਬ ਜੀ ਨੇ ਜੋ ਬਾਣੀ 'ਚ ਲਿਖਿਆ ਉਹ ਸਿਰਫ ਇੱਦਾਂ ਹੀ ਲਿਖਿਆ, ਗੱਗਾ ਲੱਲਾ ਲੱਲੇ ਨੂੰ ਬਿਹਾਰੀ। ਗਲੀ ਸ਼ਬਦ ਹੋਏਗਾ ਪਰ ਉਹਨੂੰ ਉਚਾਰਨ ਆਪਾਂ ਜੋ ਪ੍ਰਕਰਨ ਚੱਲ ਰਿਹਾ ਉਹਦੇ ਅਕੋਰਡਿੰਗ ਕਰਨਾ ਵੀ ਕੀ ਗੱਲ ਚੱਲ ਰਹੀ ਹੈ ਉਹਦੇ ਮੁਤਾਬਕ। ਜੇ ਗਲ ਦਾ ਅਰਥ ਚੱਲ ਰਿਹਾ ਗਲ ਦੇ ਨਾਲ ਸੰਬੰਧਿਤ ਤਾਂ ਆਪਾਂ ਉਹਨੂੰ ਕਹਾਂਗੇ ਗਲੀ, ਗਲਾਂ ਦੇ ਵਿੱਚ। ਜੇ ਉਹਦਾ ਅਰਥ ਹੈਗਾ ਗਲੀਆਂ ਰਸਤਿਆਂ ਨਾਲ ਸੰਬੰਧਿਤ ਤਾਂ ਆਪਾਂ ਉਹਨੂੰ ਕਹਾਂਗੇ ਗਲੀ। ਗਲੀ ਜਿਸ ਤਰ੍ਹਾਂ ਆਮ ਇੱਕ ਪੰਜਾਬ 'ਚ ਸ਼ਬਦ ਵਰਤ ਲੈਂਦੇ ਆਪਾਂ, ਗਲੀ ਰਸਤਾ ਵੀ। ਤੋ ਜੇ ਗੱਲਾਂ ਨਾਲ ਸੰਬੰਧਿਤ ਹੈ ਫਿਰ ਆਪਾਂ ਉਹਨੂੰ ਕਹਾਂਗੇ ਗੱਲੀ। ਅੱਜ ਦੇ ਸ਼ਬਦ 'ਚ ਗੁਰੂ ਸਾਹਿਬ ਕਹਿੰਦੇ ਗਿਆਨ ਨਾ ਗੱਲਾਂ ਹੀ ਢੂੰਡੀ ਹੈ। ਕੇਵਲ ਗੱਲਾਂ ਦੇ ਨਾਲ ਗਿਆਨ ਨਹੀਂ ਮਿਲਦਾ। ਕਥਨਾ ਕਰੜਾ ਸਾਰ, ਗਿਆਨ ਨੂੰ ਕਥਨ ਕਰਨਾ ਬਹੁਤ ਔਖਾ ਹੈ। ਜਪਜੀ ਸਾਹਿਬ 'ਚ ਵੀ ਆਉਂਦਾ, ਸੱਚਖੰਡ ਦੀ ਅਵਸਥਾ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਥਨਾ ਕਰੜਾ ਸਾਰ ਹੈ। ਕਰਮ ਮਿਲੈ ਤਾਂ ਪਾਈ ਹੈ, ਤਾਂ ਨੂੰ ਵੀ ਇੱਥੇ ਬਿੰਦੀ ਲੱਗੇਗੀ, ਨਾਸਕੀ ਉਚਾਰਨ ਹੋਵੇਗਾ। ਹੋਰ ਹਿਕਮਤ ਹੁਕਮ ਖੁਆਰ, ਦੋ ਸ਼ਲੋਕ ਇੱਥੇ ਕੰਪਲੀਟ ਹੁੰਦੇ ਹਨ। ਅੱਗੇ ਗੁਰੂ ਸਾਹਿਬ ਪੌੜੀ ਵਿੱਚ ਫਰਮਾ ਰਹੇ ਹਨ। ਪੌੜੀ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਇਹ ਜੀ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਹੁ ਦੁਖ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ 부ਝਾਇਆ, ਜਿਨ ਸੱਚੋ ਸੱਚ 부ਝਾਇਆ। ਪੌੜੀ ਨਾਦਰ ਕਰਹਿ ਜੇ ਆਪਣੀ, ਤਾਂ ਨਾਦਰੀ ਸਤਿਗੁਰ ਪਾਇਆ। ਇਹ ਜੀਓ ਜੀਓ ਬਹੁਤੇ ਜਨਮ ਭਰਮਿਆ। ਭੱਬਾ ਰਾਰੇ ਤੇ ਟਿੱਪੀ ਉਹਦਾ ਉਚਾਰਨ ਕਰਦੇ ਹੋਏ ਆਪਾਂ ਕਹਾਂਗੇ ਭਰਮਿਆ। ਤਾਂ ਸਤਿਗੁਰ ਸ਼ਬਦ ਸੁਣਾਇਆ, ਤਾਂ ਤੇ ਵੀ ਇੱਥੇ ਨਾਸਕੀ ਉਚਾਰਨ ਹੋਵੇਗਾ, ਤਾਂ ਕਹਾਂਗੇ ਉਹ ਗੱਲ ਨਹੀਂ ਬਣੇਗੀ। ਤਾਂ ਤਦੋਂ ਜਦੋਂ ਕੋਈ ਗੱਲ ਹੋ ਜਾਏ ਤਦੋਂ ਇੱਦਾਂ ਹੁੰਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਇਹ ਜੀਓ ਬਹੁਤੈ ਜਨਮ ਭਰਮਿਆ, ਇਹ ਜਿੰਦ ਬਹੁਤ ਜਨਮਾਂ ਤੱਕ ਭਰਮੀ ਹੈ। ਤਾਂ ਸਤਿਗੁਰ ਸ਼ਬਦ ਸੁਣਾਇਆ, ਤਦੋਂ ਕਿਤੇ ਅਸੀਂ ਮਨੁੱਖਾ ਦੇ ਹੀ 'ਚ ਆਏ ਹਾਂ ਤੇ ਗੁਰੂ ਨੇ ਆਪਣੇ ਗਿਆਨ ਦੀ ਗੱਲ ਸਮਝਾਈ ਹੈ। ਤਾਂ ਸਤਿਗੁਰ ਜੇਵੜ ਦਾਤਾ ਕੋ ਨਹੀਂ, ਗੁਰੂ ਵਰਗਾ ਦਾਤਾ ਕੋਈ ਵੀ ਨਹੀਂ ਹੈ। ਸਭ ਸੁਣਿਓ ਸੁਣਿਓ, ਸੰਬੋਧਨ ਕੀਤਾ, ਸੁਣਿਓ ਸੁਣੋ। ਲੋਕ ਸਵਾਇਆ, ਸਾਰੇ ਲੋਕੋ ਇਹ ਗੱਲ ਸੁਣੋ, ਗੁਰੂ ਵਰਗਾ ਦਾਤਾ ਕੋਈ ਨਹੀਂ। ਕਿੱਡੀਆਂ ਵੱਡੀਆਂ ਗੱਲਾਂ ਗੁਰਬਾਣੀ 'ਚ ਦ੍ਰਿੜ ਕਰਵਾਈਆਂ। ਗੁਰੂ ਕੇ ਸਿੱਖੋ ਇਹ ਗੱਲ ਸੁਣੋ, ਧਿਆਨ ਦੇਵੋ, ਗੁਰੂ ਵਰਗਾ ਦਾਤਾ ਕੋਈ ਨਹੀਂ। ਗੁਰੂ ਵਰਗੀਆਂ ਦਾਤਾਂ ਕੋਈ ਨਹੀਂ ਦੇ ਸਕਦਾ ਹੈ, ਇਹ ਗੱਲ ਧਿਆਨ 'ਚ ਰੱਖੋ। ਮਨੁੱਖ ਨੂੰ ਕੁਝ ਮਦਦ ਕਰ ਸਕਦਾ ਹੈ, ਸਮਾਜ ਇਸੇ ਲਈ ਹੁੰਦਾ ਇੱਕ ਦੂਜੇ ਦੀ ਮਦਦ ਨਾਲ ਚੱਲਦਾ ਹੈ। ਪਰ ਗੁਰੂ ਕੀ ਕਰਦਾ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੀਵ ਨੂੰ ਕੀ ਦਿੰਦੇ ਹੈ? ਕਿਹੜੀ ਚੀਜ਼ ਹੈ ਜਿਹੜੀ ਗੁਰੂ ਤੋਂ ਮਿਲਦੀ ਹੈ? ਇੱਥੇ ਆ ਕੇ ਕਈ ਵਾਰੀ ਭੁਲੇਖਾ ਲੱਗ ਜਾਂਦਾ ਵੀ ਗੁਰੂ ਤੋਂ ਇਹ ਮਿਲਦਾ ਉਹ ਮਿਲਦਾ। ਬਹੁਤ ਵਾਰੀ ਫਿਜ਼ੀਕਲ ਪਦਾਰਥਾਂ ਦੇ ਵਿੱਚ ਆਪਾਂ ਆ ਜਾਂਦੇ ਹਾਂ ਕਿ ਗੁਰੂ ਤੋਂ ਆਹ ਚੀਜ਼ਾਂ ਮਿਲਦੀਆਂ। ਅਸਲ ਵਿੱਚ ਗੁਰੂ ਤੋਂ ਕੀ ਮਿਲਦਾ ਗੁਰਮੁਖੋ, ਇਹ ਗੱਲ ਦਾ ਧਿਆਨ ਰੱਖਣਾ ਹੈ। ਗੁਰੂ ਤੋਂ ਜਿਹੜੀ ਚੀਜ਼ ਮਿਲਦੀ ਹੈ ਨਾ,
ਧਿਆਨ ਦੇਣਾ ਇਸ ਗੱਲ ਤੇ। ਗੁਰੂ ਤੋਂ ਮਿਲਦਾ ਹੈ ਗਿਆਨ, ਗੁਰੂ ਤੋਂ ਮਿਲਦੀ ਹੈ ਸੋਝੀ। ਉਹ ਗਿਆਨ ਅਤੇ ਸੋਝੀ ਹੀ ਇਨਸਾਨ ਦੇ ਜੀਵਨ ਨੂੰ ਸਵਾਰਦੀ ਹੈ, ਅਦਰਵਾਈਜ਼ ਜੀਵਨ ਨਹੀਂ ਸਵਾਰਿਆ ਜਾ ਸਕਦਾ। ਗਿਆਨ ਅਤੇ ਸੋਝੀ ਇਹ ਗੁਰੂ ਤੋਂ ਮਿਲਦੀ ਹੈ। ਤੇ ਜਿਹੜਾ ਗਿਆਨ ਹੈ, ਸੋਝੀ ਹੈ, ਇਹਦੇ ਬਾਰੇ ਬਹੁਤ ਸਤਿਕਾਰਯੋਗ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਚਨ ਲਿਖਿਆ। ਉਹ ਲਿਖਦੇ ਹਨ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਅਸੀਂ ਪਸ਼ੂ ਸਾਂ। ਹੈਰਾਨੀ ਹੁੰਦੀ ਹੈ ਵੀ ਪਸ਼ੂ ਕਿੱਦਾਂ ਸੀ, ਕਿ ਸਿੰਘ ਲੱਗੇ ਹੋਏ ਸੀ ਵੱਡੇ ਵੱਡੇ ਸਾਰਿਆਂ ਦੇ। ਭਾਈ ਸਾਹਿਬ ਜੀ ਲਿਖਦੇ ਨੇ, ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ, ਗੁਰੂ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਅਸੀਂ ਪਸ਼ੂ ਸਾਂ, ਪਰ ਜਦੋਂ ਗੁਰੂ ਦਾ ਗਿਆਨ ਮਿਲਿਆ, ਪਸ਼ੂਆਂ ਤੋਂ ਮਨੁੱਖ ਬਣੇ, ਮਨੁੱਖਾਂ ਤੋਂ ਦੇਵਤੇ ਬਣੇ, ਗੁਰੂ ਦਾ ਰੂਪ ਹੋ ਕੇ ਅਸੀਂ ਨਿਰੰਕਾਰ ਦਾ ਰੂਪ ਹੋ ਗਏ। ਇਹ ਗੁਰੂ ਦੀ ਦਾਤ ਹੈ। ਗੁਰੂ ਤੋਂ ਗਿਆਨ ਮਿਲਦਾ ਹੈ ਤੇ ਗਿਆਨ ਤੋਂ ਬਗੈਰ ਮਨੁੱਖ ਅੰਨਾ ਹੈ। ਮਨੁੱਖ ਦੇ ਕੋਲ ਸੋਝੀ ਨਹੀਂ ਹੈ, ਗਿਆਨ ਜ਼ਰੂਰੀ ਹੈ। ਤੇ ਆਮ ਤੌਰ ਤੇ ਹੁਣ ਅਸੀਂ ਆਪਣੇ ਮਨ 'ਚ ਝਾਤੀ ਮਾਰ ਕੇ ਦੇਖੀਏ, ਅਸੀਂ ਕੀ ਲੈਂਦੇ ਆ ਗੁਰੂ ਤੋਂ। ਕਿ ਅਸੀਂ ਗੁਰੂ ਸਾਹਿਬ ਦੇ ਅੱਗੇ ਆ ਕੇ ਕਦੇ ਅਰਦਾਸ ਕਰਦੇ ਹਾਂ, ਮਹਾਰਾਜ ਆਪਣੇ ਗੁਰਮਤਿ ਗਿਆਨ ਦੀ ਦਾਤ ਸਾਨੂੰ ਬਖਸ਼ੋ। ਗੁਰਮੁਖ ਪਿਆਰਿਓ, ਸਾਡੀਆਂ 99% ਅਰਦਾਸਾਂ ਦੁਨੀਆ ਦੇ ਪਦਾਰਥਾਂ ਲਈ ਹੁੰਦੀਆਂ। ਦੁਨੀਆ ਦਾ ਪਦਾਰਥ ਵੀ ਆਪਾਂ ਮੰਗਣਾ। ਇੱਕ ਦਿਨ ਕਥਾ 'ਚ ਪਹਿਲੇ ਵਿਚਾਰ ਆਈ ਸੀ, ਮੰਗਣੇ ਜੋ ਵੀ ਆਪਣੇ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਪਰ ਅੱਜ 10 ਸਾਲ ਦੀ 15 ਸਾਲ ਦੀ ਉਮਰ 'ਚ ਵੀ ਮੰਗ ਰਿਹਾ ਦੁਨੀਆ ਦਾ ਪਦਾਰਥ। 15 ਸਾਲ ਲੰਘ ਗਏ, ਗੁਰਦੁਆਰਾ ਸਾਹਿਬ ਆਉਂਦਿਆਂ 25-30 ਸਾਲ ਦੀ ਉਮਰ ਹੋ ਗਈ, ਫਿਰ ਵੀ ਉਹੀ ਪਦਾਰਥ ਮੰਗ ਰਿਹਾ ਹੈ। 50 ਸਾਲ ਦੀ ਉਮਰ ਹੋ ਗਈ, ਫਿਰ ਵੀ ਉਹੀ ਪਦਾਰਥ ਮੰਗ ਰਿਹਾ ਹੈ। 70, 80, 90 ਸਾਲ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਜਾ ਪਹੁੰਚਿਆ, ਫਿਰ ਵੀ ਪਦਾਰਥ ਮੰਗੀ ਜਾਂਦਾ। ਅਜੇ ਤੱਕ ਇਹ ਪਤਾ ਹੀ ਨਹੀਂ ਲੱਗਿਆ ਵੀ ਪਦਾਰਥ ਦੇ ਮਿਲਣ ਦਾ ਕਨਸੈਪਟ ਕੀ ਹੈ ਗੁਰੂ ਅੱਗੇ। ਕਿਸ ਤਰ੍ਹਾਂ ਸੀ, ਜੇ ਉਮਰ ਵਧੀ, ਜ਼ਿੰਦਗੀ ਦਾ ਐਕਸਪੀਰੀਅੰਸ, ਤਜਰਬਾ ਵਧਿਆ, ਤਾਂ ਗੁਰੂ ਤੋਂ ਮੰਗਣ ਦੇ ਵਿੱਚ ਫਿਰ ਸਾਡੀ ਸੋਚ ਵੀ ਉੱਚੀ ਵਧਣੀ ਚਾਹੀਦੀ ਸੀਗੀ ਵੀ ਕਿਹੜੀ ਚੀਜ਼ ਮੰਗੀਏ ਜਿਹੜੀ ਜਿੰਦ ਦੇ ਕੰਮ ਆਉਣ ਵਾਲੀ ਹੋਵੇ। ਪਦਾਰਥ ਮੰਗਦੇ ਮੰਗਦੇ ਗੁਰੂ ਤੋਂ ਮੰਗੋ ਗੁਰੂ ਦਾ ਗਿਆਨ। ਸੱਚੇ ਪਾਤਸ਼ਾਹ, ਜਿਸ ਮਹਾਨ ਗਿਆਨ ਕਰਕੇ ਤੁਸੀਂ ਸੰਸਾਰ ਦੇ ਗੁਰੂ ਕਹਾਏ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਦੇਵ ਜਗਤ ਦੇ ਗੁਰੂ ਕਿਵੇਂ ਕਹਾਏ, ਜ਼ਾਹਰ ਪੀਰ ਕਿਵੇਂ ਕਹਾਏ। ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਸੀ, ਮੈਂ ਤੁਹਾਨੂੰ ਦੁੱਧ ਪੁੱਧ ਪਦਾਰਥਾਂ ਦੀਆਂ ਦਾਤਾਂ ਦੇ ਰਿਹਾ ਤਾਂ ਮੈਨੂੰ ਗੁਰੂ ਮੰਨੋ। ਇਹ ਤਾਂ ਸਾਰੀਆਂ ਥਾਵਾਂ 'ਤੇ ਲਿਖਿਆ ਮਿਲ ਜਾਂਦਾ ਹੈ, ਕਿਤੇ ਵੀ ਜਾਓਗੇ ਉੱਥੇ ਲਿਖਿਆ ਹੁੰਦਾ, ਇੱਥੇ ਆਉਣ ਵਾਲਿਆਂ ਦੀਆਂ ਮਨ ਇੱਛਾ ਪੂਰੀਆਂ ਹੁੰਦੀਆਂ। ਗੁਰੂ ਸਾਹਿਬ ਕੀ ਇਸ ਕਰਕੇ ਗੁਰੂ ਕਹਾਏ। ਗੁਰਮੁਖ ਪਿਆਰਿਓ, ਜੇ ਗੁਰੂ ਨਾਨਕ ਗੁਰੂ ਕਹਾਏ, ਆਪਣੇ ਰੱਬੀ ਗਿਆਨ ਕਰਕੇ ਕਹਾਏ। ਜਿਸ ਰੱਬੀ ਗਿਆਨ ਨੇ ਉਲਝਿਆ ਹੋਇਆਂ ਨੂੰ, ਵਿਖਰਿਆ ਹੋਇਆਂ ਨੂੰ ਸਾਨੂੰ ਇਕੱਠਾ ਕੀਤਾ। ਭਗਤ ਰਵਿਦਾਸ, ਭਗਤ ਕਬੀਰ ਸਾਹਿਬ ਮਹਾਰਾਜ, ਭਗਤ ਨਾਮਦੇਵ ਮਹਾਰਾਜ, ਭਗਤ ਨਾਮਦੇਵ ਮਹਾਰਾਜ ਜੀ ਰੱਬ ਦੇ ਪਿਆਰਿਆਂ ਨੂੰ ਆਪਣੇ ਨਾਲ ਇੱਕ ਪਲੇਟਫਾਰਮ ਤੇ ਲੈ ਆਏ। ਜਿਸ ਮਹਾਨ ਗਿਆਨ ਦੇ ਵਿੱਚੋਂ ਸਮੁੱਚੀ ਮਨੁੱਖਤਾ ਦੇ ਲਈ ਕਿਰਤ ਕਰਨ ਦਾ ਸੰਕਲਪ ਪੈਦਾ ਕੀਤਾ ਤੇ ਆਪ ਪ੍ਰੈਕਟੀਕਲੀ ਉਹ ਚੀਜ਼ ਨੂੰ ਲਾਗੂ ਕਰਕੇ ਦਿਖਾਇਆ। ਜਿਸ ਮਹਾਨ ਗਿਆਨ ਦੇ ਜਰੀਏ ਕਿਰਤ ਕਰਦੇ ਹੋਏ ਕਰਤੇ ਨੂੰ ਕਿਵੇਂ ਯਾਦ ਰੱਖਣਾ, ਇਹ ਜੀਵ ਕੇ ਦਿਖਾਇਆ। ਜਿਸ ਮਹਾਨ ਗਿਆਨ ਦੇ ਜਰੀਏ ਕਿਰਤ ਕਰਦੇ ਕਰਤੇ ਨੂੰ ਯਾਦ ਰੱਖਦੇ ਹੋਏ ਕਰਤੇ ਦੀ ਰਚਨਾ ਨਾਲ ਕਿਵੇਂ ਪਿਆਰ ਕਰਨਾ, ਵੰਡ ਕੇ ਛਕਣਾ ਸਿਖਾਇਆ। ਕਰਤੇ ਦੀ ਰਚਨਾ ਨੂੰ ਸੰਭਾਲਦੇ ਹੋਏ ਜੇ ਸੀਸ ਦੇਣਾ ਪੈਂਦਾ ਤੇ ਉਹ ਵੀ ਦੇ ਕੇ ਦਿਖਾਇਆ 9ਵੇਂ ਜਾਮੇ 'ਚ। ਸਰਵੰਸ ਵਾਰਨਾ ਪੈਂਦਾ, ਉਹ ਵੀ ਵਾਰ ਕੇ ਦਿਖਾਇਆ 10ਵੇਂ ਜਾਮੇ ਦੇ ਵਿੱਚ। ਤਾਂ ਗੁਰੂ ਇੱਕ ਬਹੁਤ ਵੱਡੇ ਗਿਆਨ ਦਾ ਦਾਤਾ ਹੈ। ਉਹ ਗਿਆਨ ਅਸੀਂ ਗੁਰੂ ਕੋਲੋਂ ਲੈਣਾ। ਕਿੰਨੇ ਕੁ ਜੀਵ ਆਪਾਂ ਇਹ ਗਿਆਨ ਲੈਣ ਦੀ ਗੱਲ ਸਮਝਦੇ ਆ। ਗੁਰਦੁਆਰਾ ਸਾਹਿਬ ਫਾਰਮੈਲਿਟੀ ਦੇ ਤੌਰ ਤੇ ਅਰਦਾਸ ਕਰਨੀ ਜਾਂ ਕਰਵਾਉਣੀ, ਜਾਂ ਬਹੁਤੀ ਵਾਰੀ ਕੋਈ ਦੁਨੀਆ ਦੇ ਪਦਾਰਥ ਉਹਨਾਂ ਕਰਕੇ ਹੀ ਧਿਆਨ ਰੱਖਣਾ। ਗੁਰੂ ਦੇ ਅੱਗੇ ਨਿਮਰ ਹੋ ਕੇ ਇਹ ਦਾਤ ਮੰਗਣੀ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਵਾਜ਼ ਜੋ ਰੱਬੀ ਗਿਆਨ, ਰੱਬੀ ਸੋਝੀ ਆਪ ਜੀ ਸੰਸਾਰ ਤੇ ਲੈ ਕੇ ਆਏ, ਜੋ ਮਹਾਨ ਪਵਿੱਤਰ ਬਾਣੀ ਦੇ ਜਰੀਏ ਪ੍ਰਗਟ ਕੀਤੀ, ਉਹ ਮਹਾਨ ਗਿਆਨ ਤੇ ਰੱਬੀ ਸੋਝੀ ਸਾਡੇ ਅੰਦਰ ਵੀ ਪ੍ਰਗਟ ਕਰੋ। ਸਾਡੇ ਅੰਦਰ ਵੀ ਉਹ ਦੀਵਾ ਬਾਲੋ, ਸਾਡੇ ਅੰਦਰ ਵੀ ਉਹ ਚਾਨਣ ਕਰੋ। ਜਿਸ ਦੀਵੇ ਦੀ ਰੌਸ਼ਨੀ ਦੇ ਵਿੱਚ, ਜਿਸ ਚਾਨਣ ਦੇ ਵਿੱਚ
ਠੱਗਾਂ ਨੂੰ ਵੀ ਤੁਸੀਂ ਗੁਰਮੁਖ ਬਣਾ ਦਿੱਤਾ, ਚੋਰਾਂ ਨੂੰ ਵੀ ਤੁਸੀਂ ਪਰਉਪਕਾਰੀ ਬਣਾ ਦਿੱਤਾ, ਜ਼ਾਲਮਾਂ ਨੂੰ ਵੀ ਤੁਸੀਂ ਦਇਆਵਾਨ ਮਨੁੱਖ ਬਣਾ ਦਿੱਤਾ। ਸਾਡੇ ਅੰਦਰ ਵੀ ਉਹ ਚੀਜ਼ ਪ੍ਰਗਟ ਕਰੋ। ਇਹ ਅਰਦਾਸ ਗੁਰੂ ਅੱਗੇ, ਗੁਰੂ ਦੇ ਗਿਆਨ ਅੱਗੇ ਆਪਣੇ ਸਿਰ ਨੂੰ ਝੁਕਾਉਣਾ ਗੁਰਮੁਖੋ। ਤਾਂ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਚੌਥੀ ਪੌੜੀ 'ਚ, ਸਤਿਗੁਰ ਜੇਵੜ ਦਾਤਾ ਕੋਲੇ। ਗੁਰੂ ਬੜਾ ਵੱਡਾ ਦਾਤਾ, ਇਹ ਗੱਲ ਦਾ ਅਹਿਸਾਸ ਆਪਣੇ ਅੰਦਰ ਸਿੱਖ ਨੇ ਜ਼ਰੂਰ ਰੱਖਣਾ ਹੈ। ਸਭ ਸੁਣਿਓ ਲੋਕ ਸਵਾਇਆ, ਸਾਰੇ ਲੋਕੋ ਇਹ ਗੱਲ ਸੁਣੋ। ਸਵਾਇਆ ਦਾ ਅਰਥ ਹੈ ਸਾਰੇ ਦੇ ਸਾਰੇ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੇ ਨੰਨੇ ਦੇ ਪੈਰ 'ਚ ਫੇਰ ਹਲੰਤ ਰੱਖਿਆ ਹੋਇਆ, ਜਿਨੇ ਵਿੱਚੋਂ ਆਪ ਗਵਾਇਆ। ਜਿੰਨੇ ਸ਼ਬਦ ਹੀ ਆਪਾਂ ਜਦੋਂ ਸ਼ਲੋਕ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਦੇ ਅਖੀਰ ਤੇ, ਉੱਥੇ ਵੀ ਜਿੰਨੇ ਸ਼ਬਦ ਉਚਾਰਨਾ ਆਪਾਂ ਨੇ। ਜਿਨੇ ਨਾਮ ਧਿਆਇਆ ਗਏ ਮਸ਼ੱਕਤ ਕਾਲ, ਜਿੰਨੇ ਨਹੀਂ ਉੱਥੇ ਕਹਿੰਦੇ ਜਿੰਨੇ, ਜਿਨ੍ਹਾਂ ਨੇ ਨਾਮ ਜਪਿਆ। ਜਿਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ। ਇੱਥੇ ਚੌਥੀ ਪੌੜੀ ਸੰਪੂਰਨ ਹੋ ਰਹੀ ਹੈ। ਹੁਣ ਅਗਲੀ ਪੌੜੀ ਦੇ ਨਾਲ ਜੋ ਸ਼ਲੋਕ ਹਨ ਉਹਨਾਂ ਦਾ ਪਾਠ ਭਾਈ ਸਾਹਿਬ ਜੀ ਤੋਂ ਸਰਵਣ ਕਰਦੇ ਹਾਂ। ਸ਼ਲੋਕ ਮਹਿਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਵੈ ਸੰਤਰ, ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੂਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਹੁਣ ਇਹ ਜਿਹੜੇ ਦੋਵੇਂ ਸ਼ਲੋਕ ਆਉਣਗੇ ਪੰਜਵੀਂ ਪੌੜੀ ਦੇ ਨਾਲ, ਇਹਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ। ਕਰਮ ਕਾਂਡਾਂ ਦਾ ਜ਼ਿਕਰ ਕਰਕੇ ਤੇ ਉਹਨਾਂ ਦੀ ਅਸਲੀਅਤ ਸਾਹਮਣੇ ਰੱਖੀ ਹੈ। ਇਹਦੇ ਸੰਬੰਧ ਦੇ ਵਿੱਚ ਜੋ ਸੰਗਤਾਂ ਧਿਆਨ ਨਾਲ ਪਿਆਰ ਨਾਲ ਗੁਰੂ ਦੀ ਸ਼ਬਦ ਤੇ ਬਾਣੀ ਨਾਲ ਜੁੜਦੀਆਂ, ਉਹਨਾਂ ਨੂੰ ਪਤਾ ਹੈ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਜੋ ਸ਼ਬਦ ਆਉਂਦਾ ਹੈ ਆਰਤੀ ਦੇ ਨਾਲ ਸੰਬੰਧਿਤ, ਗਾਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਇਹ ਸ਼ਬਦ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਨਾਸਰੀ ਰਾਗ ਦੇ ਵਿੱਚ ਫੇਰ ਦੁਬਾਰਾ ਆਉਂਦਾ। ਉੱਥੇ ਸਰਲੇਖ ਵੀ ਲਿਖਿਆ ਆਰਤੀ। ਸੋਹਿਲਾ ਸਾਹਿਬ 'ਚ ਜਦੋਂ ਆਪਾਂ ਪਾਠ ਕਰਦੇ ਹਾਂ ਉਦੋਂ ਸਿੱਧਾ ਲਿਖਿਆ ਧਨਾਸਰੀ ਮਹਿਲਾ ਪਹਿਲਾ, ਪਰ ਜਦੋਂ ਧਨਾਸਰੀ ਰਾਗ ਦੇ ਵਿੱਚ ਜਾ ਕੇ ਪਾਠ ਕਰਦੇ ਹਾਂ ਉੱਥੇ ਫਿਰ ਉਹਦੇ ਨਾਲ ਸਰਲੇਖ ਲਿਖਿਆ ਧਨਾਸਰੀ ਮਹਿਲਾ ਪਹਿਲਾ, ਆਰਤੀ ਵੀ ਲਿਖਿਆ ਉੱਥੇ ਸ਼ਬਦ। ਤੋ ਗਰੀਬ ਨਿਵਾਜ ਜੀ ਨੇ ਉਹ ਸ਼ਬਦ ਦੇ ਵਿੱਚ ਇੱਕ ਕਨਸੈਪਟ ਦਿੱਤਾ। ਲੋਕੀ ਆਰਤੀ ਕਰਦੇ ਸੀ, ਕੁਝ ਪਦਾਰਥ ਲੈ ਕੇ ਉਹਨਾਂ ਨੂੰ ਦੀਵੇ ਥਾਲੀ ਦੇ ਵਿੱਚ ਰੱਖ ਕੇ ਘੁਮਾਉਣੇ ਕਿ ਅਸੀਂ ਆਪਣੇ ਜਗਨਨਾਥ ਜੀ ਦੀ, ਭਗਵਾਨ ਜੀ ਦੀ ਆਰਤੀ ਕਰਦੇ ਹਾਂ। ਪਰ ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਅਸਲ ਵਿੱਚ ਜਗਤ ਦਾ ਨਾਥ ਤਾਂ ਸਾਰੀ ਸਮਾਇਆ ਹੋਇਆ, ਉਹ ਤਾਂ ਬੇਅੰਤ ਹੈ। ਫਿਰ ਉਹਦੀ ਆਰਤੀ ਕਿਵੇਂ ਹੋਵੇਗੀ? ਗੁਰੂ ਸਾਹਿਬ ਨੇ ਉੱਥੇ ਦੱਸਿਆ ਵੀ ਉਹਦੀ ਆਰਤੀ ਆਲਰੇਡੀ ਹੋ ਰਹੀ ਹੈ, ਤੁਹਾਨੂੰ ਕਰਨ ਦੀ ਲੋੜ ਨਹੀਂ, ਕਿਉਂਕਿ ਜਿੰਨਾ ਵੱਡਾ ਆਪ ਹੈ ਉਨੀ ਵੱਡੀ ਉਹਦੀ ਆਰਤੀ ਹੋਣੀ ਹੈ। ਉਹਦੀ ਆਰਤੀ ਦੇ ਲਈ ਪੂਰੇ ਦਾ ਪੂਰਾ ਗਗਨ ਆਸਮਾਨ ਇੱਕ ਥਾਲ ਹੈ। ਕਹਿੰਦੇ ਮਹਾਰਾਜ ਜੀ ਦੀਵੇ ਕਿੱਥੇ ਨੇ? ਗੁਰੂ ਸਾਹਿਬ ਨੇ ਕਿਹਾ ਸੂਰਜ ਅਤੇ ਚੰਦਰਮਾ ਦੋਵੇਂ ਦੀਵੇ ਹੈ। ਮਹਾਰਾਜ ਅਸੀਂ ਕੁਝ ਮੋਤੀ ਰੱਖ ਲੈਂਦੇ ਆ, ਗੁਰੂ ਸਾਹਿਬ ਕਹਿੰਦੇ ਰਾਤ ਨੂੰ ਚਮਕਣ ਵਾਲੇ ਤਾਰੇ ਮੋਤੀਆਂ ਦੀ ਤਰ੍ਹਾਂ ਨੇ। ਮਹਾਰਾਜ ਜੀ ਅਸੀਂ ਸੁਗੰਧੀ ਰੱਖਦੇ ਹਾਂ, ਧੂਪ ਦਿਖਾਉਣੇ ਆ, ਗੁਰੂ ਸਾਹਿਬ ਜੀ ਨੇ ਫਰਮਾਇਆ ਧਰਤੀ ਦੇ ਉੱਪਰ ਜਿੰਨੇ ਬਨਸਪਤੀ ਤਰ੍ਹਾਂ ਤਰ੍ਹਾਂ ਦੇ ਫੁੱਲ ਖੁਸ਼ਬੂਆਂ ਦੇ ਰਹੇ ਨੇ, ਚੰਦਨ ਦੇ ਬੂਟੇ ਸੁਗੰਧੀਆਂ ਦੇ ਰਹੇ ਨੇ। ਇਹ ਰੱਬ ਦੇ ਲਈ ਤਾਂ ਸਦਾ ਹੀ ਸੁਗੰਧੀਆਂ ਚੱਲ ਰਹੀਆਂ ਸਾਰੇ ਕਿਤੇ। ਤੇ ਮਹਾਰਾਜ ਜੀ ਅਸੀਂ ਚਵਰ ਕਰਦੇ ਆ, ਗੁਰੂ ਸਾਹਿਬ ਕਹਿੰਦੇ ਜਿੰਨੀ ਪਾਉਣ ਹੈ ਦਰਖਤ ਝੂਲ ਰਹੇ ਨੇ, ਚਵਰ ਹੋ ਰਿਹਾ ਹੈ। ਤੇ ਇਸ ਤਰ੍ਹਾਂ ਮੇਰੇ ਮਾਲਕ ਦੀ ਆਰਤੀ ਸਦਾ ਹੀ ਹੋ ਰਹੀ ਹੈ। ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਕਿਹੋ ਜੀ ਤੇਰੀ ਕਮਾਲ ਦੀ ਆਰਤੀ ਹੋ ਰਹੀ ਹੈ। ਉਹ ਕਹਿੰਦੇ ਅਸੀਂ ਫਿਰ ਕੀ ਕਰੀਏ? ਗੁਰੂ ਸਾਹਿਬ ਕਹਿੰਦੇ ਵੀ ਕਰਮ ਕਾਂਡ ਛੱਡ ਕੇ ਤੁਸੀਂ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਓ। ਇਹ ਵੱਡੀ ਆਰਤੀ ਦੇ ਵਿੱਚ ਸਾਰਾ ਕੁਝ ਲੱਗਿਆ ਹੋਇਆ, ਤੁਸੀਂ ਵੀ ਉਹਦੇ 'ਚ ਲੱਗ ਜਾਓ। ਬੇਅੰਤ ਦੀ ਸਿਫਤ ਸਲਾਹ ਕਰੋ, ਬਸ ਉਹ ਸਿਫਤਾਂ ਸਲਾਹਾਂ ਤੁਹਾਡੇ ਅੰਦਰ ਵਸ ਜਾਣ। ਸਮਾਜ ਦੀ ਸੋਚ ਐਸੀ ਬਣ ਜਾਏ, ਤੁਹਾਨੂੰ ਇੱਕ ਦੂਜੇ ਮਨੁੱਖ 'ਚੋਂ ਹੀ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣੇ ਹੈ। ਸਮੁੱਚੀ ਮਨੁੱਖਤਾ ਹੀ ਉਹਦਾ ਰੂਪ ਦਿਖਾਈ ਦੇਣ ਲੱਗ ਜਾਏਗੀ। ਆਪਸੀ ਪਿਆਰ, ਆਪਸੀ ਭਾਈਚਾਰਾ ਬਣ ਜਾਏਗਾ। ਇਹ ਕਨਸੈਪਟ ਗੁਰੂ ਸਾਹਿਬ ਨੇ ਬਖਸ਼ਿਆ। ਤੋ ਇੱਥੇ ਜਿਹੜਾ ਹੁਣ ਪੰਜਵੇਂ ਸ਼ਲੋਕ ਨਾਲ ਵਾਹਿਗੁਰੂ ਪੰਜਵੀਂ ਪੌੜੀ ਨਾਲ ਜਿਹੜੇ ਸ਼ਲੋਕ ਆਏ ਨੇ, ਇੱਥੇ ਜ਼ਿਕਰ ਕੀਤਾ ਰਾਸ ਪਾਉਣ ਦਾ। ਰਾਸ ਪਾਈ ਜਾਂਦੀ ਸੀ, ਜਿਸ ਤਰ੍ਹਾਂ ਹੁਣ ਵੀ
ਮਥੁਰਾ ਆਦਿਕ ਦੇ ਵਿੱਚ ਰਾਸ ਪਾਈ ਜਾਂਦੀ ਹੈ। ਸ਼੍ਰੀ ਕ੍ਰਿਸ਼ਨ ਜੀ ਦਾ ਰੂਪ ਬਣਾ ਲੈਂਦੇ ਨੇ ਕੁਝ ਲੋਕ ਗੋਪੀਆਂ ਦਾ ਰੂਪ ਬਣਾ ਕੇ ਆਲੇ ਦੁਆਲੇ ਨੱਚਦੇ ਹਨ ਤੇ ਇਹਨੂੰ ਭਗਵਾਨ ਦੀ ਭਗਤੀ ਕਰਨੀ ਉਹ ਦੱਸਦੇ ਹੈ। ਮੈਂ ਰਿਪੀਟ ਕਰਦਾ ਇਹ ਗੱਲ ਵੀ ਉਹਨਾਂ ਲੋਕਾਂ ਦਾ ਵਿਸ਼ਵਾਸ ਹੈ ਉਹ ਆਪਣਾ ਕਰਮਕਾਂਡ ਆਪਣੇ ਮੁਤਾਬਕ ਕਰ ਰਹੇ ਨੇ, ਉਹ ਵੱਖਰੀ ਗੱਲ ਆ। ਪਰ ਜਿਹੜੇ ਆਪਾਂ ਸਿੱਖ ਕੌਣ ਆ? ਗੁਰੂ ਨਾਨਕ ਦੇ ਸਿੱਖ, ਗੁਰੂ ਨਾਨਕ ਦੀ ਸਿੱਖਿਆ ਨੂੰ ਸਮਝਣ ਲਈ ਚੱਲਣ ਵਾਲੇ ਜਿਹੜੇ ਹਾਂ, ਅਸੀਂ ਕਿਸ ਤਰੀਕੇ ਨਾਲ ਸਮਝਣਾ ਆਪਾਂ ਉਹ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਜੀ ਨੂੰ ਜਦੋਂ ਪੁੱਛਿਆ ਮਹਾਰਾਜ ਜੀ ਰਾਸ ਪਾਉਣੀ, ਗੁਰੂ ਸਾਹਿਬ ਜੀ ਕਹਿੰਦੇ ਆਲਰੇਡੀ ਰਾਸ ਤਾਂ ਪੈ ਰਹੀ ਹੈ, ਰਾਸ ਤੇ ਆਲਰੇਡੀ ਪਾਈ ਜਾ ਰਹੀ ਹੈ, ਬਸ ਤੁਸੀਂ ਆਪਣੀ ਸੁਰ ਤੇ ਜੋੜਨੀ ਹੈ। ਜਿਵੇਂ ਆਰਤੀ ਦੇ ਸ਼ਬਦ 'ਚ ਗੁਰੂ ਸਾਹਿਬ ਨੇ ਕਿਹਾ ਵੀ ਆਰਤੀ ਆਲਰੇਡੀ ਹੋ ਰਹੀ ਹੈ, ਤੁਸੀਂ ਆਪਣਾ ਧਿਆਨ ਜੋੜਨਾ ਬਸ, ਕੁਝ ਸਮਾਨ ਚੁੱਕਣ ਦੀ ਕਰਮਕਾਂਡ ਕਰਨ ਦੀ ਲੋੜ ਨਹੀਂ। ਇੱਦਾਂ ਹੀ ਇਹਨਾਂ ਸ਼ਲੋਕਾਂ 'ਚ ਵੀ ਗੁਰੂ ਸਾਹਿਬ ਨੇ ਇਹੀ ਗੱਲ ਪ੍ਰਗਟ ਕੀਤੀ ਹੈ ਤੇ ਅਰਥ ਕੁਝ ਔਖੇ ਵੀ ਹੈ। ਆਪ ਸੰਗਤਾਂ ਮੋਬਾਈਲ ਦੇ ਵਿੱਚ ਜਾਂ ਬਾਅਦ 'ਚ ਦਰਸ਼ਨ ਵੀ ਕਰ ਸਕਦੇ ਹੋ। ਆਪਾਂ ਹੁਣ ਸੰਖੇਪ 'ਚ ਰੱਖੀਏ। ਸ਼ਲੋਕ ਮਹਿਲਾ ਪਹਿਲਾ, ਪਹਿਲੇ ਮਹਿਲ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਪਹਿਰ ਘੜੀਆਂ, ਜਿਵੇਂ ਅੱਜ ਕੱਲ੍ਹ ਆਪਾਂ ਮਿੰਟ ਤੇ ਸਕਿੰਟ ਦੇ ਘੰਟਿਆਂ ਵਿੱਚ ਟਾਈਮ ਗਿਣਦੇ ਆ, ਪਹਿਲੇ ਸਮੇਂ ਟਾਈਮ ਗਿਣਿਆ ਜਾਂਦਾ ਸੀ ਪਹਿਰ ਅਤੇ ਘੜੀਆਂ। ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ, ਇੱਕ ਪੂਰਾ ਉਸ ਟਾਈਮ ਨੂੰ ਵੰਡਿਆ ਤਰੀਕੇ ਨਾਲ ਜਾਂਦਾ ਸੀ। ਤੋ ਪਹਿਰ ਕਹਿੰਦੇ ਹਨ 7.5 ਘੜੀਆਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, 7.5 ਘੜੀਆਂ ਦੇ ਵਿੱਚ ਇੱਕ ਪਹਿਰ ਬਣਦਾ ਹੈ। 4 ਪਹਿਰ ਜੋੜ ਕੇ ਇੱਕ ਦਿਨ ਬਣ ਗਿਆ, 4 ਪਹਿਰ ਜੋੜ ਕੇ ਇੱਕ ਰਾਤ ਬਣ ਗਈ, 8 ਪਹਿਰਾਂ ਦਾ ਦਿਨ ਅਤੇ ਰਾਤ ਹੋ ਗਿਆ। ਹਰ ਇੱਕ ਰਾਤ ਤੇ ਦਿਨ ਦੇ ਵਿੱਚ ਸਾਰੇ ਪਹਿਰਾਂ ਦੇ ਵਿੱਚ 60 ਘੜੀਆਂ ਹੋ ਜਾਂਦੀਆਂ ਨੇ। ਤੋ ਗੁਰੂ ਸਾਹਿਬ ਜੀ ਦੱਸਦੇ ਨੇ ਜਿਵੇਂ ਪਹਿਰ ਇੱਕ ਹੈ ਉਹਦੇ ਆਲੇ ਦੁਆਲੇ 7.5 ਘੜੀਆਂ ਨੇ, ਇੱਦਾਂ ਹੀ ਪਹਿਰ ਨੂੰ ਮੰਨ ਲਓ ਤੁਸੀਂ ਗੋਪਾਲ, ਕਾਣ ਕ੍ਰਿਸ਼ਨ ਜੀ, ਘੜੀਆਂ ਨੂੰ ਮੰਨ ਲਓ ਗੋਪੀਆਂ। ਭਾਵ ਜਿਵੇਂ ਘੰਟੇ ਪੂਰੇ ਕਰਨ ਦੇ ਲਈ ਮਿੰਟਾਂ ਵਾਲੀ ਸੂਈ ਘੁੰਮਦੀ ਹੈ, ਮਿੰਟ ਪੂਰੇ ਕਰਨ ਲਈ ਸਕਿੰਟਾਂ ਵਾਲੀ ਸੂਈ ਆਲੇ ਦੁਆਲੇ ਘੁੰਮਦੀ ਹੈ, ਇੱਦਾਂ ਹੀ ਪਹਿਰ ਪੂਰੇ ਕਰਨ ਲਈ ਘੜੀਆਂ ਦਾ ਟਾਈਮ ਘੁੰਮ ਰਿਹਾ। ਘੜੀਆਂ ਸਭੇ ਗੋਪੀਆਂ, ਇਹ ਘੜੀਆਂ ਦਾ ਟਾਈਮ ਗੋਪੀਆਂ ਮੰਨ ਲਓ, ਪਹਿਰ ਨੂੰ ਤੁਸੀਂ ਕਾਣ ਕ੍ਰਿਸ਼ਨ ਜੀ ਮੰਨ ਲਓ। ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਕਹਿੰਦੇ ਗਹਿਣੇ ਵੀ ਪਾਏ ਜਾਂਦੇ ਆ ਜਦੋਂ ਰਾਸ ਕੀਤੀ ਜਾਂਦੀ ਹੈ ਵੀ ਸੋਹਣਾ ਲੱਗੇ। ਗੁਰੂ ਸਾਹਿਬ ਕਹਿੰਦੇ ਪ੍ਰਕਿਰਤੀ ਵਿੱਚ ਹਵਾ, ਪੌਣ, ਪਾਣੀ, ਬੈਸੰਤਰ ਇਹ ਗਹਿਣੇ ਨੇ ਜਿਨ੍ਹਾਂ ਨਾਲ ਸਾਰੀ ਸ੍ਰਿਸ਼ਟੀ ਖੂਬਸੂਰਤ ਬਣੀ ਹੋਈ ਹੈ, ਸਿਸਟਮ ਚੱਲ ਰਿਹਾ। ਚੰਦ ਸੂਰਜ ਅਵਤਾਰ, ਇਹ ਹਵਾ, ਪਾਣੀ ਤੇ ਅੱਗ ਕਿਹਦੇ ਆਸਰੇ ਚੱਲ ਰਹੀ ਹੈ? ਚੰਦਰਮਾ ਤੇ ਸੂਰਜ ਦੇ ਆਸਰੇ, ਤੇ ਉਹਦੇ ਨਾਲ ਇਹ ਸਾਰਾ ਸਿਸਟਮ ਚੱਲ ਰਿਹਾ। ਕਹਿੰਦੇ ਇੱਦਾਂ ਇਹਨਾਂ ਨੂੰ ਅਵਤਾਰ ਮੰਨ ਲਓ ਜਿਹੜੇ ਸੈਂਟਰ ਵਿੱਚ ਨੇ, ਜਿਹਦੇ ਆਲੇ ਦੁਆਲੇ ਸਾਰਾ ਕੁਝ ਘੁੰਮ ਰਿਹਾ। ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ, ਸਾਰੀ ਧਰਤੀ ਹੀ ਮਾਲ ਧਨ ਹੈ, ਜਿੰਨਾ ਕੁਝ ਆਪਾਂ ਵਰਤ ਰਹੇ ਹਾਂ ਇਹ ਜੰਜਾਲ ਹੈ। ਇੱਕ ਕਹਿ ਦਿਓ ਵੀ ਸਕ੍ਰਿਪਟ ਲਿਖੀ ਹੋਈ ਹੈ, ਜਿਵੇਂ ਰਾਸ ਪਾਉਣ ਵੇਲੇ ਲੋਕੀ ਘੁੰਮਦੇ ਆ ਨਾ, ਸੱਜੇ ਖੱਬੇ ਗੇੜੇ ਕੱਢਦੇ ਆ, ਘੁੰਮਦੇ ਆ, ਇੱਦਾਂ ਹੀ ਮਨੁੱਖ ਧਰਤੀ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਵੀ ਮੈਨੂੰ ਕਿਤੋਂ ਪੈਸਾ ਦੌਲਤ ਪ੍ਰਾਪਤ ਹੋ ਜਾਏ। ਧਰਤੀ ਦੇ ਵਿੱਚ ਖਾਣਾ ਖੋਦੀਆਂ ਗਈਆਂ, ਉੱਥੋਂ ਕਈ ਚੀਜ਼ਾਂ ਕੱਢੀਆਂ ਜਾਂਦੀਆਂ। ਇੱਕ ਮਤਲਬ ਬਿਜ਼ਨਸ ਕੰਮ ਕਾਰ ਚੱਲ ਰਿਹਾ, ਭੱਜ ਦੌੜ ਨਿੱਤ ਦੀ ਹੋਈ ਆ। ਅਸਲ ਵਿੱਚ ਇਹੀ ਰਾਸ ਪੈ ਰਹੀ ਹੈ ਤੁਹਾਡੀ, ਦਿਨ ਰਾਤ ਹੈ ਤੁਸੀਂ ਨੱਚਦੇ ਫਿਰ ਰਹੇ ਆ ਇਸ ਦੇ ਵਿੱਚ। ਇਹ ਰੱਬ ਦੀ ਇੱਕ ਬੜੀ ਵੱਡੀ ਰਾਸ ਵਿੱਚ ਤੁਸੀਂ ਨੱਚਦੇ ਫਿਰ ਰਹੇ ਆ। ਤੇ ਤੁਸੀਂ ਇਹ ਗੱਲ ਨੂੰ ਦੇਖੋ ਵੀ ਪ੍ਰਕਿਰਤੀ, ਪਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਕੁਦਰਤ ਕਿੰਨੀ ਬੇਅੰਤ ਹੈ, ਜਿਹਦੇ 'ਚ ਦਿਨ ਰਾਤ ਸਾਰੇ ਨੱਚਦੇ ਫਿਰ ਰਹੇ ਹਨ। ਇਸ ਗੱਲ ਨੂੰ ਜਪਜੀ ਸਾਹਿਬ 'ਚ ਗੁਰੂ ਸਾਹਿਬ ਨੇ ਇਸ ਤਰ੍ਹਾਂ ਫਰਮਾਇਆ ਹੈ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦੇਖੋ ਗੁਰਬਾਣੀ ਆਏ ਮਿਲਣਗੇ ਸਾਰੇ ਕਨਸੈਪਟ ਇੱਕ ਦੂਜੇ ਨਾਲ ਜਾ ਕੇ। ਤਾਂ ਗੁਰੂ ਸਾਹਿਬ ਜੀ ਦੱਸ ਰਹੇ ਨੇ, ਪਰ ਇਹ ਗੱਲਾਂ ਨੂੰ ਮਹਿਸੂਸ ਕਰੋ ਆਪਣੇ ਅੰਦਰ ਵੀ ਕਿਵੇਂ ਰੱਬ ਦੀ ਵੱਡੀ ਰਾਸ ਪੈ ਰਹੀ ਹੈ। ਅਸੀਂ ਸਾਰੇ ਹੀ ਉਹਦੇ ਵਿੱਚ ਆਪਣੀ ਆਪਣੀ ਥਾਂ ਦੌੜੇ ਭੱਜੇ ਫਿਰ ਰਹੇ ਹਾਂ, ਗੇੜੇ ਕੱਢ ਰਹੇ ਹਾਂ, ਤੇ ਇਹ ਰੱਬ ਦੀ ਭਗਤੀ ਇੱਕ ਤਰ੍ਹਾਂ ਨਾਲ ਚੱਲ ਰਹੀ ਹੈ। ਪਰ ਇਹਨਾਂ ਗੱਲਾਂ ਨੂੰ ਜੀਵ ਮਹਿਸੂਸ ਨਹੀਂ ਕਰਦਾ। ਤਾਂ ਆਪ ਜੀ ਫਰਮਾਉਂਦੇ ਨੇ, ਨਾਨਕ ਮੁੱਸੈ ਗਿਆਨ ਵਿਹੂਣੀ, ਮੁੱਸੇ ਦਾ ਅਰਥ ਠੱਗੀ ਜਾ ਰਹੀ ਹੈ, ਗਿਆਨ ਵਿਹੂਣੀ, ਗਿਆਨ ਤੋਂ ਸਖਣੀ ਲੁਕਾਈ ਪਬਲਿਕ ਜਿਨ੍ਹਾਂ ਕੋਲ ਗੁਰੂ ਦਾ ਅਸਲ ਗਿਆਨ ਨਹੀਂ ਨਾ, ਠੱਗੇ ਜਾ ਰਹੇ ਆ ਵਿਚਾਰੇ। ਉਹ ਇਹਨਾਂ ਚੀਜ਼ਾਂ 'ਚ ਉਲਝੇ ਹੋਏ ਹਨ,
ਖਾਏ ਗਿਆ ਜਮਕਾਲ ਖੀਰ, ਜਮ ਤੇ ਕਾਲ ਦੇ ਵਸ ਪੈ ਗਏ। ਆਤਮਿਕ ਜੀਵਨ ਤੱਕ ਪਹੁੰਚ ਹੀ ਨਾ ਸਕੇ, ਕਰਮ ਕਾਂਡਾਂ 'ਚ ਉਲਝ ਗਏ। ਤਾਂ ਗੁਰਮੁਖ ਪਿਆਰਿਓ, ਕਿੱਡਾ ਵੱਡਾ ਗੁਰੂ ਨਾਨਕ ਸਾਹਿਬ ਦਾ ਵਿਜ਼ਨ ਹੈ, ਕਿੱਡਾ ਵੱਡਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜੋ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਮਾਲ ਦੇ ਵਚਨ ਨੇ। ਵਚਨ ਪੜ੍ਹਦਿਆਂ ਪੜ੍ਹਦਿਆਂ ਮਨ ਦੇ ਵਿੱਚ ਚਾਅ ਪੈਦਾ ਹੋਈ ਜਾਂਦਾ ਵੀ ਕਮਾਲ ਸਤਿਗੁਰ ਸੱਚੇ ਪਾਤਸ਼ਾਹ ਜੀ, ਧੰਨੋ ਆਪ, ਧੰਨੋ। ਐਡਾ ਮਹਾਨ ਪਵਿੱਤਰ ਮਹਾਨ ਫਲਸਫਾ ਸਾਡੇ ਸਾਹਮਣੇ ਰੱਖਿਆ ਆਪ ਜੀ ਨੇ। ਜੋ ਮੇਰੇ ਪਾਤਸ਼ਾਹ ਨੇ ਇਹ ਸਾਰੀ ਪ੍ਰਕਿਰਤੀ ਨੂੰ ਇੱਕ ਵੱਡੀ ਰਾਸ ਦੱਸ ਕੇ, ਜੀਵਾਂ ਦੀ ਭੱਜ ਦੌੜ ਨੂੰ ਉਹਦੇ ਵਿੱਚ ਰਾਸ ਨੱਚਦੇ ਜੀਵ ਦਿਖਾ ਕੇ ਦੱਸ ਦਿੱਤਾ ਵੀ ਤੁਹਾਡੀ ਸੁਰਤ ਨਾ ਜਾਗੀ ਹੋਈ ਹੋਣ ਕਰਕੇ ਤੁਸੀਂ ਹੋਰ ਚੀਜ਼ਾਂ 'ਚ ਉਲਝ ਗਏ, ਅਸਲ ਗੱਲ ਤੋਂ ਖੁੰਝ ਗਏ ਤੇ ਆਨੰਦ ਤੋਂ ਖੁੰਝ ਗਏ ਤੇ ਆਤਮਕ ਮੌਤੇ ਜਾ ਮਰੇ। ਜਿਨ੍ਹਾਂ ਨੂੰ ਗੁਰੂ ਦੀਆਂ ਗੱਲਾਂ ਸਮਝ ਆ ਗਈਆਂ ਉਹ ਆਨੰਦ ਲੈਂਦੇ ਆ। ਉਹ ਜਿੱਥੇ ਕਿਤੇ ਵੀ ਜਾਂਦੇ ਆ, ਜਹ ਜਹ ਜਾਊਂ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਇਸੇ ਗੱਲ ਨੂੰ ਹੁਣ ਗੁਰੂ ਸਾਹਿਬ ਅਗਲੇ ਸ਼ਬਦ ਵਿੱਚ ਹੋਰ ਵਿਸਥਾਰ ਦੇ ਕੇ ਅਗਲੇ ਸ਼ਲੋਕ ਵਿੱਚ ਦੱਸ ਰਹੇ ਹਨ। ਮਹਿਲਾ ਪਹਿਲਾ, ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ। ਇੱਥੇ ਹੁਣ ਗੁਰੂ ਸਾਹਿਬ ਜੀ ਦੱਸ ਰਹੇ ਨੇ ਵੀ ਜਿਹੜੇ ਗੁਰੂ ਬਣ ਗਏ, ਗੁਰੂ ਦਾ ਅਰਥ ਹੋ ਗਿਆ ਗਿਆਨ ਦੇਣ ਵਾਲਾ। ਪਹਿਲੀ ਪੌੜੀ 'ਚ ਨੂੰ ਬਚਨ ਆ ਗਏ ਨੇ ਵੀ ਗੁਰੂ ਗਿਆਨ ਬਖਸ਼ਦਾ, ਸਤਿਗੁਰ ਜੇ ਵਡ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਪਰ ਨਕਲੀ ਤੇ ਝੂਠੇ ਗੁਰੂ, ਉਹਨਾਂ ਨੇ ਦੇਖਿਆ ਵੀ ਪਬਲਿਕ ਤਾਂ ਚੀਜ਼ਾਂ ਚਾਹੁੰਦੀ ਹੈ, ਨੱਚਣਾ ਗਾਉਣਾ ਟੱਪਣਾ ਚਾਹੁੰਦੀ ਹੈ। ਉਹਨਾਂ ਦੇ ਧਰਮ ਦੇ ਨਾਂ 'ਤੇ ਕਹਿ ਦਿੱਤਾ ਵੀ ਇਹ ਵੀ ਕਰ ਸਕਦੇ ਆ। ਤੇ ਮੈਨੂੰ ਮਾਫ ਕਰਨਾ, ਇਹ ਸੱਚਾਈ ਹੈ, ਰਿਐਲਿਟੀ ਹੈ। ਅੱਜ ਇਹ ਚੀਜ਼ਾਂ ਸਾਡੇ 'ਚ ਵੀ ਆ ਗਈਆਂ। ਨਗਰ ਕੀਰਤਨਾਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਵਾਰੀ ਕਈ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਨਗਰ ਕੀਰਤਨ ਤੇ ਬਕਾਇਦਾ ਨੱਚੇ, ਢੋਲ ਵਜਾ ਕੇ ਭੰਗੜੇ ਪਾਏ। ਕਿਸੇ ਸਿਆਣੇ ਗੁਰੂ ਕੇ ਪਿਆਰੇ ਨੇ ਜੇ ਰੋਕਣਾ ਚਾਹਿਆ ਉਹਦੇ ਗਲ ਪੈ ਗਏ, ਕਹਿੰਦੇ ਸਾਨੂੰ ਖੁਸ਼ੀ ਆ, ਅਸੀਂ ਨੱਚਾਂਗੇ। ਪ੍ਰਕਾਸ਼ ਦਿਹਾੜੇ ਦਾ ਕੋਈ ਗੁਰਪੁਰਬ ਹੋਵੇ ਤਾਂ ਗੁਰੂ ਨੇ ਜਿਹੜਾ ਨੱਚਣ ਦਾ ਜਾਂ ਖੁਸ਼ੀ ਦਾ ਕਨਸੈਪਟ ਦੱਸਿਆ, ਸ਼ਬਦ ਗਾਓ ਜੇ ਖੁਸ਼ੀ ਹੈ, ਬਾਣੀ ਪੜ੍ਹੋ ਜੇ ਖੁਸ਼ੀ ਹੈ, ਸੇਵਾ ਕਰੋ ਜੇ ਖੁਸ਼ੀ ਹੈ। ਇਹ ਨੱਚਣਾ ਟੱਪਣਾ ਕੀ ਹੈ, ਇਹਦੇ ਬਾਰੇ ਹੁਣ ਸਾਰਾ ਦੱਸਣਗੇ ਵੀ। ਪਰ ਜਿਹੜੇ ਗੁਰੂ ਨੇ ਅੱਜ ਵੀ ਦੇਖ ਲਓ, ਨਕਲੀ ਗੁਰੂ ਨੇ, ਉਹਨਾਂ ਨੇ ਦੇਖਿਆ ਵੀ ਲੋਕੀ ਨਹਾਉਣ ਤੋਂ ਡਰਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਸਵੇਰੇ ਉੱਠ ਕੇ ਨਹਾਉਣਾ ਜ਼ਰੂਰੀ ਨਹੀਂ। ਲੋਕੀ ਕੀ ਤੋਂ ਡਰਦੇ? ਅੰਮ੍ਰਿਤ ਵੇਲਾ ਸੰਭਾਲਣਾ ਔਖਾ ਲੱਗਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਦੋਂ ਨਾਮ ਜਪ ਲਿਓ ਉਹੀ ਅੰਮ੍ਰਿਤ ਵੇਲਾ, ਬਾਣੀ ਚੋਂ ਕਈ ਪ੍ਰਮਾਣ ਲੈ ਲੈ। ਠੀਕ ਹੈ, ਕੁਝ ਗੱਲਾਂ ਸਹੀ ਹੋ ਸਕਦੀਆਂ ਨੇ, ਪਰ ਜਦੋਂ ਤੱਕ ਇੱਕ ਜੀਵਨ ਦੀ ਘਾਟ ਨਹੀਂ ਘਟਦੇ, ਸੰਚੇ ਵਿੱਚ ਨਹੀਂ ਢਾਲਦੇ, ਉਹ ਜੀਵਨ ਨਹੀਂ ਚੱਲ ਸਕੇਗਾ। ਗੁਰੂ ਸਾਹਿਬ ਜੀ ਨੇ ਸਿੱਖ ਦਾ ਜੀਵਨ ਇੱਕ ਅਸੂਲਾਂ 'ਚ, ਸੰਚੇ 'ਚ ਢਾਲਿਆ। ਉਹਦੇ ਲਈ ਕੋਈ ਡਿਸਿਪਲਿਨ ਬਣਾਇਆ, ਉਹ ਸਾਨੂੰ ਫੋਲੋ ਕਰਨਾ ਪਏਗਾ। ਪਰ ਉਹਨਾਂ ਲੋਕਾਂ ਨੇ ਕਹਿ ਦਿੱਤਾ ਬਸ ਆ ਇੱਕ ਦੋ ਨਸ਼ੇ ਨਾ ਕਰਿਓ, ਬਾਕੀ ਜਿਹੜੇ ਕਰ ਲਓਗੇ ਕੋਈ ਚੱਕਰ ਨਹੀਂ। ਹੁਣ ਇਹ ਗੱਲਾਂ ਕਿਉਂ ਹੋਈਆਂ? ਇਸ ਕਰਕੇ ਹੋਈਆਂ ਕਿਉਂਕਿ ਉਹਨਾਂ ਨੇ ਦੇਖਿਆ ਪਬਲਿਕ ਇਹ ਚੀਜ਼ਾਂ ਨਹੀਂ ਚਾਹੁੰਦੀ। ਜਿਹੜੀਆਂ ਚੀਜ਼ਾਂ 'ਚ ਪਬਲਿਕ ਦਾ ਇੰਟਰਸਟ ਹੈ ਉਹਨਾਂ ਦੀ ਖੁੱਲ੍ਹੀ ਛੁੱਟੀ ਦੇ ਦਿਓ ਤੇ ਲੋਕੀ ਆਪਣੇ ਨਾਲ ਜੁੜੇ ਰਹਿਣਗੇ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਇਹ ਸਮੇਂ ਦਾ ਦੱਸਿਆ, ਕਹਿੰਦੇ ਗੁਰੂ ਜਿਹੜੇ ਸਨ ਉਹਨਾਂ ਨੂੰ ਚਾਹੀਦਾ ਸੀ ਸਹੀ ਸੇਧ ਦਿੰਦੇ, ਪਰ ਇੱਥੇ ਕੀ ਹੋ ਗਿਆ? ਜਦੋਂ ਰਾਸਾਂ ਪੈਂਦੀਆਂ ਗੁਰੂ ਆਪ ਹੀ ਨੱਚਣ ਲੱਗ ਪਏ, ਉਹਨਾਂ ਦੇ ਚੇਲੇ ਨੱਚਣ ਲੱਗ ਪਏ ਤੇ ਪਬਲਿਕ ਜਿਹੜੀ ਕਥਾ ਕੀਰਤਨ ਸੁਣਨਾ ਸੀ ਉਹ ਵੀ ਉੱਠ ਕੇ ਨੱਚਣ ਲੱਗ ਪੈਂਦੇ ਨੇ। ਫਿਰ ਕਹਿੰਦੇ ਇਹ ਤਾਂ ਭਗਵਾਨ ਦੀ ਭਗਤੀ ਹੈ ਜੀ, ਰੱਬ ਦੇ ਪਿਆਰ ਵਿੱਚ ਨੱਚ ਰਹੇ ਹਾਂ ਅਸੀਂ। ਤਾਂ ਇਹਨੂੰ ਇਹ ਰੂਪ ਦੇ ਦਿੱਤਾ ਤੇ ਇਹਦੇ ਤੋਂ ਫਿਰ ਕਈ ਨੱਚਣ ਵਾਲੇ ਉਹ ਵੀ ਆ ਗਏ, ਕਈਆਂ ਨੇ ਪ੍ਰੋਫੈਸ਼ਨ ਬਣਾ ਲਿਆ ਤੇ ਉਹ ਧਰਮ ਦੇ ਨਾਂ 'ਤੇ ਨੱਚੇ ਜਾਂ ਉਹਨਾਂ ਨੇ ਹੋਰ। ਉਹ ਸਾਰਾ ਕੁਝ ਗੁਰੂ ਸਾਹਿਬ ਨੇ ਅੱਜ ਦੇ ਇਸ ਸ਼ਲੋਕ ਵਿੱਚ ਵਰਣਨ ਕੀਤਾ ਵੀ ਇਹ ਕਾਹਦੇ ਲਈ ਹੋ ਰਿਹਾ। ਇਹਦੇ ਪਿੱਛੇ ਇੱਕ ਕਾਰਨ ਹੈ ਵੀ ਰੋਟੀਆਂ ਕਰਕੇ ਹੋ ਰਿਹਾ। ਪੈਸਾ ਕਿਵੇਂ ਆਵੇ, ਰੋਟੀ ਕਿਵੇਂ ਕਮਾਈਏ, ਦੌਲਤ ਕਿਵੇਂ ਕਮਾਈਏ, ਤੇ ਉਹਦੇ ਲਈ ਲੋਕਾਂ ਦਾ ਸ਼ੋਸ਼ਣ ਕਰਨਾ ਪੈਂਦਾ, ਮਿਸਗਾਈਡ ਕਰਨਾ ਪੈਂਦਾ। ਕਰੋ, ਇਹ ਧਾਰਮਿਕ ਆਗੂਆਂ ਦਾ ਜੀਵਨ ਹੈ। ਇਸ ਚੀਜ਼ ਨੂੰ ਗੁਰੂ ਸਾਹਿਬ ਜੀ ਵਰਣਨ ਕਰਦੇ ਨੇ। ਆਓ ਪਿਆਰ ਨਾਲ ਸਰਵਣ ਕਰੀਏ, ਸ਼ੁਰੂ ਤੋਂ ਹੀ ਪੜ੍ਹ ਲਓ ਜੀ। ਮਹਿਲਾ ਪਹਿਲਾ, ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ। ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਹਾਂਜੀ, ਦੇਖੋ ਜਦੋਂ ਨੱਚੇ ਟੱਪੇ, ਧੂੜ ਉੱਡੀ, ਮਿੱਟੀ ਉੱਡੀ, ਸਿਰ 'ਚ ਪਈ, ਝਾਟੈ ਪਾਏ। ਗੁਰੂ ਸਾਹਿਬ ਨੇ ਝਾਟਾ ਸ਼ਬਦ ਹੀ ਵਰਤ ਦਿੱਤਾ। ਫਿਰ ਕੇਸਾਂ ਦੇ ਵਿੱਚ, ਵਾਲਾਂ 'ਚ ਪਈ। ਲੋਕਾਂ ਨੇ ਦੇਖਿਆ, ਉਦੋਂ ਤਾਂ ਬੜਾ ਆਨੰਦ ਲੁੱਟਿਆ। ਬਾਅਦ 'ਚ ਘਰੇ ਜਾ ਕੇ ਹੱਸੇ ਵੀ ਬਹੁਤ। ਹੱਸੈ ਘਰ ਜਾਏ, ਲੋਕ ਹੱਸਦੇ ਆ ਘਰ ਜਾ ਕੇ, ਕਹਿੰਦੇ ਨੇ ਫਲਾਣਾ ਤੇ ਬੜਾ ਨੱਚਿਆ ਵੀ, ਉਹਨੇ ਬੜੀਆਂ ਲੋਟ ਮੋਟਲੀਆਂ ਮਾਰੀਆਂ ਅੱਜ ਤੇ।
ਬਾਬਾ ਜੀ ਨੇ ਤਾਂ ਅੱਜ ਕਮਾਲ ਕਰ ਦਿੱਤਾ ਵੀ ਬਹੁਤੇ ਹੀ ਨੱਚੇ। ਤੋ ਇਹੋ ਜਿਹਾ ਕੁਝ ਲੋਕੀ ਮਨੋਰੰਜਨ ਕੀਤਾ, ਗਿਆਨ ਕਿਸੇ ਨੇ ਨਾ ਦਿੱਤਾ ਨਾ ਕਿਸੇ ਨੇ ਕੋਈ ਗਿਆਨ ਲਿਆ। ਇਦਾਂ ਦਾ ਕੰਮ ਬਣਿਆ, ਲੋਕੀ ਘਰੇ ਜਾ ਕੇ ਹੱਸਦੇ ਹਨ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਣ ਗੋਪੀਆਂ ਗਾਵਣ ਕਾਨ, ਗਾਵਣ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵਹਿ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ। ਹਾਂਜੀ, ਇੱਥੇ ਥੋੜਾ ਰੁਕਾਂਗੇ। ਮਹਾਰਾਜ ਜੀ ਫਰਮਾ ਰਹੇ ਨੇ ਇਹ ਸਾਰਾ ਕੁਝ ਕਿਉਂ ਹੋਇਆ? ਪੈਸਾ ਦੌਲਤ ਇਕੱਠੀ ਕਰਨ ਦੇ, ਪ੍ਰਸਿੱਧੀ ਲਈ। ਧਰਤੀ ਦੇ ਨੱਚੇ, ਕਈਆਂ ਨੇ ਕੀ ਕੀਤਾ, ਸੀਤਾ ਜੀ ਦਾ ਰੂਪ ਬਣਾ ਲਿਆ, ਰਾਮ ਜੀ ਦਾ ਰੂਪ ਬਣਾ ਲਿਆ, ਕਈਆਂ ਨੇ ਗੋਪੀਆਂ ਤੇ ਕਾਨ੍ਹ ਜੀ ਦਾ ਰੂਪ ਬਣਾ ਲਿਆ। ਪਰ ਅਸਲ ਵਿੱਚ ਕਰਨਾ ਕੀ ਸੀ? ਨਿਰਭਉ ਨਿਰੰਕਾਰ ਸਚਨਾਮ, ਨਿਰਭੈ ਨਿਰੰਕਾਰ ਜੀ ਦਾ ਨਾਮ ਜਪਣਾ ਸੀ, ਉਹਦੀ ਵਡਿਆਈ ਕਰਨੀ ਸਿੱਖਣੀ ਸੀ। ਸਤ ਸੰਗਤ ਉਹਨੂੰ ਕਹਿੰਦੇ ਹਨ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸ਼੍ਰੀ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੋਈ, ਸ਼ੁਰੂ 'ਚ ਹੀ ਡੈਫੀਨੇਸ਼ਨ ਦੇ ਦਿੱਤੀ ਸੰਗਤ ਕਿਹਨੂੰ ਕਹਿੰਦੇ ਆ। ਤਾਂ ਚਾਹੀਦਾ ਤਾਂ ਇਹ ਸੀ, ਪਰ ਹੋ ਕੁਝ ਹੋ ਰਹਿ ਗਿਆ। ਸੇਵਕ ਸੇਵੈ ਕਰਮ ਚੜਾਓ। ਅਸਲ ਵਿੱਚ ਜਿਹੜੇ ਸੇਵਕ ਨੇ ਉਹ ਇਹ ਰਸਤੇ ਨੂੰ ਸਮਝਦੇ ਆ। ਕਰਮ ਚੜਾਓ ਵਾਹਿਗੁਰੂ ਦੀ ਕਿਰਪਾ ਨਾਲ ਚੜਾਓ ਹੁੰਦਾ ਹੈ। ਗੁਰਮੁਖੋ ਇੱਥੇ ਧਿਆਨ ਦੇਣਾ, ਇੱਕ ਸ਼ਬਦ ਆਪਾਂ ਬਹੁਤ ਵਰਤਦੇ ਆ, ਅਰਦਾਸ 'ਚ ਵੀ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਈ। ਚੜ੍ਹਦੀ ਕਲਾ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ, ਜੋ ਆਪਣੇ ਸਿੱਖ ਫਲਸਫੇ ਦੇ ਵਿੱਚ ਹੈ। ਚੜ੍ਹਦੀ ਕਲਾ ਸ਼ਬਦ ਜ਼ਰੂਰ ਹੀ ਸਿੱਖ ਦੇ ਜੀਵਨ ਦਾ ਹਿੱਸਾ ਹੈ, ਸਿੱਖ ਦੇ ਇਤਿਹਾਸ ਦਾ ਹਿੱਸਾ ਹੈ, ਸਿੱਖ ਫਲਸਫੇ ਦਾ ਹਿੱਸਾ ਹੈ। ਪਰ ਗੁਰਬਾਣੀ ਵਿੱਚ ਕਿਸ ਰੂਪ ਦੇ ਵਿੱਚ ਆਉਂਦਾ ਹੈ, ਇਹਦੇ ਵੱਲ ਸ਼ਾਇਦ ਧਿਆਨ ਨਾ ਹੋਵੇ। ਤਾਂ ਇਹ ਸ਼ਲੋਕ ਦੇ ਵਿੱਚ ਜਿਹੜਾ ਸ਼ਬਦ ਚੜਾਓ ਸ਼ਬਦ ਆਇਆ ਨਾ, ਚੜਾਓ, ਚੜਾਓ ਸ਼ਬਦ, ਚੜ੍ਹਦੀ ਕਲਾ ਸ਼ਬਦ ਇਹਦੇ ਤੋਂ ਹੀ ਬਣਦਾ ਹੈ। ਚੜਾਓ ਦਾ ਅਰਥ ਹੈ ਚੜ੍ਹਨਾ, ਚੜ੍ਹਦੀ ਕਲਾ, ਕਲਾ ਤਾਕਤ ਸ਼ਕਤੀ ਰੂਪ ਸਰੂਪ ਦਾ ਚੜ੍ਹ ਜਾਣਾ, ਆਤਮਕ ਬਲ ਦਾ ਉੱਪਰ ਨੂੰ ਚੜ੍ਹ ਜਾਣਾ, ਹੋਰ ਉਛਾਲਾ ਆ ਜਾਣਾ, ਚੜ੍ਹਦੀ ਕਲਾ। ਸੇਵਕ ਸੇਵਹਿ ਕਰਮ ਚੜਾਓ। ਜਿਹੜੇ ਅਸਲ ਸੇਵਕ ਗੁਰੂ ਦੇ ਲੜ ਲੱਗ ਕੇ ਨਾਮ ਜਪਣਾ ਸਿੱਖਦੇ ਆ, ਸੇਵਾ ਕਰਨੀ ਸਿੱਖਦੇ ਆ, ਵਾਹਿਗੁਰੂ ਦੇ ਕਰਮ ਕਿਰਪਾ ਨਾਲ ਚੜਾਓ, ਉਹਨਾਂ ਦੀ ਜੀਵਨ 'ਚ ਚੜ੍ਹਦੀ ਕਲਾ ਆਉਂਦੀ ਹੈ। ਇਹ ਚੜ੍ਹਦੀ ਕਲਾ ਸ਼ਬਦ ਕਿਸੇ ਨੇ ਲੱਭਣਾ ਹੋਵੇ, ਗੁਰਬਾਣੀ 'ਚ ਕੋਈ ਪੁੱਛੇ ਕਿੱਥੇ ਆਉਂਦਾ, ਤਾਂ ਇਸ ਸ਼ਲੋਕ ਦੇ ਵਿੱਚੋਂ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ। ਤੇ ਜਿਨ੍ਹਾਂ ਦੇ ਜੀਵਨ 'ਚ ਚੜ੍ਹਦੀ ਕਲਾ ਆ ਗਈ, ਭਿੰਨੀ ਰਹਿਣ ਜਿੰਨਾ ਮਨ ਚਾਓ। ਜਿੰਨਾ, ਇੱਥੇ ਵੀ ਨੰਨੇ ਨੂੰ ਕੰਨਾ ਤੇ ਪੈਰ 'ਚ ਹਲੰਤ ਲੱਗੀ ਹੋਈ ਹੈ। ਜਿੰਨਾ ਭਿੰਨੀ ਰਹਿਣ, ਉਹਨਾਂ ਦੀ ਜ਼ਿੰਦਗੀ ਜਿਵੇਂ ਕੋਈ ਸੁਹਾਵਣੀ ਜੀ ਰਾਤ ਹੋਵੇ ਨਾ, ਪੂਰਨਮਾਸ਼ੀ ਦੀ ਰਾਤ ਹੁੰਦੀ ਹੈ, ਚੰਦਰਮਾ ਦੀ ਹਲਕੀ ਜਿਹੀ ਚਾਨਣੀ ਹੁੰਦੀ ਆ, ਠੰਡਕ ਵਰ ਰਹੀ ਹੁੰਦੀ ਹੈ, ਤੇ ਉਸ ਦੇ ਵਿੱਚ ਦਰਖਤਾਂ 'ਚ ਫਲਾਂ ਦੇ ਵਿੱਚ ਕਹਿੰਦੇ ਰਸ ਭਰਿਆ ਜਾਂਦਾ ਹੈ। ਤੇ ਉਹ ਇਸ ਤਰ੍ਹਾਂ ਬੜੇ ਆਨੰਦਦਾਇਕ ਜ਼ਿੰਦਗੀ, ਰਸ ਵਾਲੀ ਜ਼ਿੰਦਗੀ ਉਹਨਾਂ ਦੀ ਬਣ ਜਾਂਦੀ ਹੈ, ਜਿਨ੍ਹਾਂ ਤੇ ਅਸਲ ਗੁਰੂ ਤੋਂ ਸੇਵਾ ਸਿਮਰਨ ਦਾ ਰਸਤਾ ਜਿਨ੍ਹਾਂ ਨੇ ਸਿੱਖ ਲਿਆ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਗੁਰੂ ਦੀ ਸਿੱਖਿਆ ਨੇ ਹੀ ਭਾਈ, ਬਖਸ਼ਿਸ਼ ਨੇ ਹੀ, ਮਿਹਰ ਨੇ ਹੀ ਪਾਰ ਲੰਘਾਉਣਾ ਹੈ। ਇਸ ਕਰਕੇ ਗੁਰੂ ਕੋਲ ਆ ਕੇ ਸਿੱਖਿਆ ਲੈਣੀ ਹੈ, ਗਿਆਨ ਲੈਣਾ। ਗੁਰੂਆਂ ਕੋਲ ਆ ਕੇ ਨੱਚਣਾ ਟੱਪਣਾ ਨਹੀਂ ਸਿੱਖੀਦਾ ਹੁੰਦਾ, ਜਿਹੜਾ ਕੁਝ ਧਰਮ ਦੇ ਨਾਂ ਤੇ ਬਹੁਤ ਥਾਵੇਂ ਚੱਲ ਰਿਹਾ ਹੈ। ਜੇ ਕਿਤੇ ਨੱਚਣ ਟੱਪਣ ਜਾਂ ਘੁੰਮਣ ਨਾਲ ਹੀ ਪਰਮਾਤਮਾ ਦੀ ਜਾਂ ਗਿਆਨ ਦੀ ਪ੍ਰਾਪਤੀ ਹੋਵੇ ਤਾਂ ਇਹਨਾਂ ਨੂੰ ਹੋ ਜਾਣੀ ਸੀ। ਹੁਣ ਗੁਰੂ ਸਾਹਿਬ ਇੱਕ ਬੜੀ ਲੰਮੀ ਲਿਸਟ ਬਣਾਉਣਗੇ ਇੱਥੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਘੁੰਮ ਰਹੀਆਂ ਨੇ ਦਿਨ ਰਾਤ, ਪਰ ਉਹਨਾਂ ਨੂੰ ਗਿਆਨ ਨਹੀਂ ਹੋ ਸਕਦਾ। ਇਹਦਾ ਮਤਲਬ ਘੁੰਮਣਾ ਟੱਪਣਾ ਹੀ ਗਿਆਨ ਪ੍ਰਾਪਤ ਕਰਨ ਦਾ ਕੋਈ ਰਸਤਾ ਨਹੀਂ ਹੈ। ਇਸ ਗੱਲ ਨੂੰ ਹੁਣ ਗੁਰੂ ਸਾਹਿਬ ਜੀ ਅੱਗੇ ਸਮਝਾ ਰਹੇ ਨੇ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਿਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾ, ਪੰਖੀ ਭੌਂਦੀਆਂ ਲੈਣ ਨਾ ਸਾ। ਸੂਏ ਝਾੜ ਭਵਾਈਏ ਜੰਤ, ਨਾਨਕ ਭੌਂਦਿਆਂ ਗਣਤ ਨ ਅੰਤ। ਬੰਧਨ ਬੰਧ ਭਵਾਏ ਸੋਏ, ਪਏ ਕਿਰਤ ਨੱਚੈ ਸਭ ਕੋਏ। ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਨੱਚਨ ਕੁੱਦਨ ਮਨ ਕਾ ਚਾਓ,
ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਗਰੀਬ ਨਵਾਜ਼ ਜੀ ਨੇ ਬੜੀ ਲੰਮੀ ਲਿਸਟ ਬਣਾ ਦਿੱਤੀ ਜਿਹੜੀਆਂ ਚੀਜ਼ਾਂ ਘੁੰਮ ਰਹੀਆਂ ਨੇ। ਕੋਲੂ, ਚਰਖਾ, ਚੱਕੀ, ਚੱਕ, ਥਲ ਵਰੋਲੇ ਬਹੁਤ ਅਨੰਤ ਵਰੋਲੇ ਆ ਜਾਂਦੇ ਆ। ਹਵਾ ਘੁੰਮਦੀ ਹੈ ਜਦੋਂ। ਲਾਟੂ, ਮਧਾਣੀਆਂ, ਅਣਗਾਹ, ਪੰਖੀ ਭੌਂਦੀਆਂ ਲੈਣ ਨਾ ਸਾਹ। ਸੂਐ ਚਾੜ ਭੁਆਈਆਂ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ। ਇੱਦਾਂ ਭੌਂਦਿਆਂ ਘੁੰਮਦਿਆਂ ਦੀ ਕੋਈ ਗਿਣਤੀ ਹੈ ਹੀ ਨਹੀਂ ਕਿੰਨੀਆਂ ਚੀਜ਼ਾਂ ਘੁੰਮ ਰਹੀਆਂ। ਬੰਧਨ ਬੰਦ ਭਵਾਏ ਸੋਏ, ਪੈ ਕਿਰਤ ਨੱਚੈ ਸਭ ਕੋਏ। ਹਰ ਕੋਈ ਨੱਚਦਾ ਟੱਪਦਾ ਫਿਰ ਰਿਹਾ ਆਪਣੀ ਕਿਰਤ ਕਰਕੇ। ਦੇਖੋ ਦੁਨੀਆ ਭੱਜੀ ਫਿਰ ਰਹੀ ਹੈ, ਇਹ ਵੀ ਇੱਕ ਨੱਚ ਟੱਪ ਹੀ ਹੋ ਰਿਹਾ। ਨੱਚ ਨੱਚ ਹੱਸੈ ਚੱਲੈ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਇੱਦਾਂ ਜਿਹੜੇ ਨੱਚਣ ਵਿੱਚ ਹੀ ਆਪਣਾ ਸਮਾਂ ਲੰਘਾਉਣ ਲੱਗ ਗਏ, ਦੁਨੀਆ ਤੋਂ ਜਾਣ ਵੇਲੇ ਰੋਂਦੇ ਆ, ਕਿਉਂ ਗਿਆਨ ਨਹੀਂ ਕੋਈ ਹੋਇਆ। ਕੋਈ ਦੁੱਖ ਆ ਗਿਆ ਡੋਲ ਗਏ, ਕੋਈ ਹੋਰ ਗੱਲ ਬਣ ਗਈ ਪਤਾ ਹੀ ਲੱਗਿਆ, ਉਲਝ ਗਏ ਉਹਦੇ ਵਿੱਚ। ਤੋ ਇਸ ਤਰੀਕੇ ਨਾਲ ਸਿੱਧੀ ਨਹੀਂ ਮਿਲਦੀ ਜ਼ਿੰਦਗੀ 'ਚ, ਕਾਮਯਾਬੀ ਨਹੀਂ ਮਿਲਦੀ। ਫਿਰ ਮਹਾਰਾਜ ਜੀ ਨੱਚਣਾ ਕੁੱਦਣਾ ਕੀ ਹੈ? ਗੁਰੂ ਸਾਹਿਬ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ। ਇਹ ਤਾਂ ਤੁਹਾਡੇ ਮਨ ਦਾ ਚਾਓ ਹੈ ਬਸ, ਇਨਸਾਨ ਦੇ ਜੀਵਨ ਦਾ ਇੱਕ ਹਿੱਸਾ ਹੈ। ਜਿਵੇਂ ਕਈ ਵਾਰੀ ਰੋਣਾ ਆ ਜਾਂਦਾ, ਵਿਰਾਗ ਆ ਜਾਂਦਾ, ਜਾਂ ਕਈ ਵਾਰੀ ਖੁਸ਼ੀ ਹੋਵੇ ਨੱਚਣਾ ਵੀ ਆ ਜਾਂਦਾ ਹੈ। ਤੇ ਇਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਇਹ ਮਨੁੱਖ ਦੇ ਇਮੋਸ਼ਨਸ ਨੇ। ਜਦੋਂ ਸਮਾਜ ਵਿੱਚ ਕਈ ਵਾਰੀ ਆਪਣੇ 'ਚ ਗੁਰਸਿੱਖਾਂ 'ਚ ਵੀ ਇੱਦਾਂ ਹੁੰਦਾ ਵੀ ਆਪਾਂ ਇਹ ਚੀਜ਼ ਨੂੰ ਜਮੀ ਬੰਦ ਹੀ ਕਰ ਦਿੰਦੇ ਹਾਂ। ਇਸ ਤਰ੍ਹਾਂ ਨਹੀਂ ਹੋਏਗਾ। ਇਹਦਾ ਜਿੱਥੋਂ ਤੱਕ ਮੇਰੀ ਆਪਣੀ ਸੋਝੀ ਹੈ ਵੀ ਇਹਨੂੰ ਅਸੀਂ ਮਨੁੱਖ ਦੇ ਇਮੋਸ਼ਨਸ ਨੇ, ਇਹਨਾਂ ਨੂੰ ਅਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ। ਤੇ ਜੇ ਖਤਮ ਹੋ ਗਏ ਤਾਂ ਉਹ ਜਿਹੇ ਮਨੁੱਖ ਦਾ ਕਰਨਾ ਵੀ ਕੀ ਹੈ। ਤੋ ਇਹ ਜਿਹੜੇ ਇਮੋਸ਼ਨਸ ਨੇ ਇਹ ਜ਼ਰੂਰੀ ਨੇ, ਇਹ ਸਾਡੀ ਲਾਈਫ ਦਾ ਇੱਕ ਪਾਰਟ ਨੇ। ਤੋ ਉਹਦੇ 'ਚ ਇੱਕ ਨੈਚੁਰਲ ਹੀ ਹੈ। ਕਿਸੇ ਨੂੰ ਕੋਈ ਬਹੁਤ ਜ਼ਿਆਦਾ ਕੋਈ ਵਿਛੋੜਾ ਦੇ ਗਿਆ ਪਰਿਵਾਰ ਦਾ ਮੈਂਬਰ, ਜਾਂ ਕੋਈ ਦੋ ਘੜੀ ਦੁੱਖ 'ਚ ਕੋਈ ਅੱਖ 'ਚ ਹੰਝੂ ਆ ਜਾਏ, ਇੱਕ ਨੈਚੁਰਲ ਹੀ ਹੈ। ਜਾਂ ਕਿਤੇ ਖੁਸ਼ੀ ਸੀ ਉੱਥੇ ਹੱਸ ਪਏ, ਖੁਸ਼ ਰਹੇ, ਤੇ ਇੱਕ ਨੈਚੁਰਲ ਹੈ। ਪਰ ਇਹਨਾਂ ਚੀਜ਼ਾਂ ਨੂੰ ਧਰਮ ਦੇ ਨਾਲ ਜੋੜ ਦੇਣਾ, ਧਰਮ ਦੇ ਨਾਲ ਜੋੜ ਕੇ ਕਹਿਣਾ ਵੀ ਹਾਂ ਇਹ ਤਾਂ ਬੜਾ ਵੱਡਾ ਧਰਮੀ ਹੋ ਗਿਆ, ਬੜਾ ਨੱਚਿਆ ਜੀ ਇਹ ਤਾਂ ਇਹਨੂੰ ਧਰਮ ਨਹੀਂ ਗੁਰੂ ਸਾਹਿਬ ਮੰਨਦੇ। ਕਹਿੰਦੇ ਮਨ ਕਾ ਚਾਓ, ਤੁਹਾਡੇ ਮਨ ਦਾ ਚਾਓ ਹੋ ਸਕਦਾ ਵੀ ਤੁਸੀਂ ਕਿਤੇ ਕੁਝ ਇਸ ਚੀਜ਼ ਦੀ ਜਗ੍ਹਾ 'ਚ ਇਸ 'ਚ ਪਾਰਟੀਸਪੇਟ ਕਰ ਲਿਆ, ਤੁਹਾਡੇ ਮਨ ਦਾ ਚਾਓ, ਪਰ ਉਹਨੂੰ ਧਰਮ ਨਾਲ ਨਾ ਜੋੜੋ। ਧਰਮ ਤਾਂ ਇੱਕ ਬਹੁਤ ਸਮਝਣ ਵਾਲਾ ਵਿਸ਼ਾ ਹੈ। ਤੇ ਜਿਨ੍ਹਾਂ ਨੇ ਇਸ ਰਸਤੇ ਤੇ ਚੱਲਣਾ ਹੈ, ਨਾਨਕ ਜਿਨ ਮਨ ਭਾਓ, ਹੇ ਨਾਨਕ ਜਿਨ੍ਹਾਂ ਦੇ ਮਨ ਵਿੱਚ ਭਾਓ ਡਰ ਹੁੰਦਾ ਹੈ ਨਾ, ਤਿਨਾ ਮਨ ਭਾਓ, ਉਹਨਾਂ ਦੇ ਮਨ ਵਿੱਚ ਹੀ ਭਾਓ, ਭਾਓ ਦਾ ਅਰਥ ਹੈ ਪਿਆਰ, ਨਿਰਮਲ ਭਾਓ, ਅਦਬ, ਉਹਨਾਂ ਦੇ ਅੰਦਰ ਇੱਕ ਅਦਬ ਹੁੰਦਾ ਹੈ। ਉਹ ਅਦਬ ਉਹਨਾਂ ਨੂੰ ਕਦੇ ਇਹ ਚੀਜ਼ ਦੀ ਇਜਾਜ਼ਤ ਨਹੀਂ ਦੇ ਸਕਦਾ। ਹੁਣ ਜਿਹੜੇ ਨਗਰ ਕੀਰਤਨਾਂ 'ਚ ਨੱਚਣ ਟੱਪਣ ਲੱਗ ਜਾਂਦੇ ਆ, ਜੇ ਉਹਨਾਂ ਦੇ ਅੰਦਰ ਗੁਰੂ ਦਾ ਭੈ ਹੋਵੇ ਵੀ ਗੁਰੂ ਸਾਹਿਬ ਨੇ ਸਾਨੂੰ ਕਾਹਦੇ ਲਈ ਦੱਸਿਆ ਸੀ, ਨਗਰ ਕੀਰਤਨ ਸਿੱਖ ਕੌਮ ਦੀ ਚੜ੍ਹਦੀ ਕਲਾ ਦਿਖਾਉਣ ਲਈ ਹੁੰਦਾ ਹੈ। ਚੜ੍ਹਦੀ ਕਲਾ ਕਿਹਦੇ 'ਚ ਦਿਖਾਈ ਦੇਣੀ ਹੈ? ਨੱਚਣ ਟੱਪਣ ਤੋਂ। ਇਹੋ ਜਿਹੇ ਪ੍ਰੋਗਰਾਮ ਤਾਂ 3600 ਥਾਵੇਂ ਹੁੰਦੇ ਆ। ਚੜ੍ਹਦੀ ਕਲਾ ਦਿਖਾਈ ਦੇਣੀ ਹੈ ਤੁਹਾਨੂੰ ਗੁਰਬਾਣੀ ਕਿੰਨੀ ਯਾਦ ਹੈ, ਤੁਹਾਡੇ 'ਚ ਸੇਵਾ ਦਾ ਕਿੰਨਾ ਜਜ਼ਬਾ ਹੈ, ਤੁਸੀਂ ਕਿੰਨੇ ਪਿਆਰ ਤੇ ਲਿਆਕਤ ਦੇ ਨਾਲ ਉੱਥੋਂ ਗੁਜ਼ਰ ਰਹੇ ਹੈ ਕਿ ਤੁਹਾਡੇ ਵੱਲ ਦੇਖਣ ਵਾਲਾ ਕਹੇ ਵੀ ਧੰਨਿਆ ਗੁਰੂ ਕੇ ਸਿੱਖ। ਤੁਹਾਡੀ ਕੌਮ ਦੇ ਨਿਸ਼ਾਨ ਝੂਲਦੇ ਦਿਸਣ, ਤੁਹਾਡੀ ਰਸਨਾ ਤੋਂ ਕੀਰਤਨ ਦੀ ਸ਼ਬਦ ਦੀ ਆਵਾਜ਼ ਆਏ ਤੇ ਗੂੰਜਾਂ ਪੈਂਦੀਆਂ ਜਾਣ ਵੀ ਹਾਂ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਜਾ ਰਹੇ ਆ। ਉਹ ਚੀਜ਼ਾਂ 'ਚ ਦਿਖਾਓ ਚੜ੍ਹਦੀ ਕਲਾ ਤੋਂ। ਪਰ ਸਾਡੇ ਲੋਕੀ ਹੋਰ ਪਾਸੇ ਨੂੰ ਲੈ ਜਾਂਦੇ ਆ। ਧਰਮ ਦੇ ਨਾਲ ਗੁਰੂ ਸਾਹਿਬ ਨੇ ਨੱਚਣ ਨੂੰ ਟੱਪਣ ਨੂੰ ਨਹੀਂ ਜੋੜਿਆ। ਉਹ ਇੱਕ ਵੱਖਰਾ ਸਬਜੈਕਟ ਹੈ, ਵੱਖਰਾ ਵਿਸ਼ਾ ਹੈ। ਧਰਮੀ ਬੰਦਾ ਜਿਹੜਾ ਹੁੰਦਾ ਹੈ, ਧਰਮ ਨੂੰ ਸਮਝ ਕੇ ਕਮਾਉਣ ਵਾਲਾ, ਉਹਦੇ ਮਨ ਵਿੱਚ ਹਮੇਸ਼ਾ ਹੀ ਨਿਰਮਲ ਭਾਵ ਹੁੰਦਾ ਹੈ। ਇਹ ਗੱਲ ਗੁਰੂ ਸਾਹਿਬ ਨੇ ਦੱਸੀ ਹੈ। ਆਓ ਪੌੜੀ ਦਾ ਪਾਠ ਸਰਵਣ ਕਰਦੇ ਹਾਂ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ, ਦੇਖਾ ਜੈ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਐ। ਕੋ ਰਹਿ ਨਾ ਭਰੀਐ ਪਾਈਐ, ਕੋ ਰਹਿ ਨਾ ਭਰੀਐ ਪਾਈਐ। ਹਾਂਜੀ, ਪੌੜੀ 'ਚ ਗੁਰੂ ਸਾਹਿਬ ਦੱਸਦੇ ਹਨ ਅਟਲ ਸੱਚਾਈ। ਨਾਮ ਤੇਰਾ ਨਿਰੰਕਾਰ ਹੈ। ਨਿਰੰਕਾਰ ਜੀ ਤੇਰਾ ਜਿਹੜਾ ਨਾਮ ਹੈ ਨਾ, ਉਹ ਐਸੀ ਤਾਕਤ ਵਾਲਾ ਹੈ, ਨਾਏ ਲੈ ਨਰਕ ਨਾ ਜਾਈਏ। ਨਾਮ ਲੈ ਪਾਠ ਹੈ। ਜਿਵੇਂ ਆਪਾਂ ਜਪਜੀ ਸਾਹਿਬ 'ਚ ਪਾਠ ਕਰਾਂ, ਸੁਣਿਆ ਹੈ ਸਿਹਾਰੀ ਨਾਲ, ਸੁਣਿਆ, ਸੁਣੀਏ ਨਹੀਂ, ਸੁਣਿਆ ਇੱਦਾਂ ਹੀ, ਲਈਏ ਨਹੀਂ, ਲੈ ਹੈ। ਨਾਮ ਲੈਣ ਦੇ ਸਦਕਾ ਇੱਦਾਂ ਹੁੰਦਾ ਹੈ। ਮਤਲਬ ਇਹਦੇ 'ਚ ਇੱਕ ਗੱਲ ਆ ਗਈ, ਜਿੱਦਾਂ ਦਾਅਵੇ ਨਾਲ ਕੋਈ ਗੱਲ ਕੀਤੀ ਜਾਂਦੀ ਹੈ, ਜ਼ੋਰ ਦੇ ਕੇ ਗੱਲ ਕੀਤੀ ਜਾਂਦੀ ਹੈ।
ਉੱਦਾਂ ਇਹ ਗੱਲ ਗੁਰੂ ਸਾਹਿਬ ਕਰ ਰਹੇ ਨੇ ਇੱਥੇ ਬਚਨ। ਨਾਏ ਲੈ ਨਾਮ ਲੈਣ ਦੇ ਸਦਕਾ ਨਰਕ ਨਾ ਜਾਈਐ, ਜੀਓ ਪਿੰਡ ਸਭ ਤਿਸਦਾ ਦੇ ਖਾਜੈ, ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ। हे ਜੀਵ, ਜੇ ਤੂੰ ਆਪਣਾ ਭਲਾ ਚਾਹਣਾ ਹੈ, ਮੇਰਾ ਚੰਗਾ ਹੋਵੇ, ਕਰ ਪੁੰਨੋ ਨੀਚ ਸਦਾਈਐ, ਭਲਾ ਕਰਿਆ ਕਰ। ਭਲਾ ਕਰਨ ਦੇ ਬਾਵਜੂਦ ਨੀਚ ਸਦਾਈ, ਆਪਣੇ ਆਪ ਨੂੰ ਨਿਮਾਣਾ ਕਹਿ। ਭਲਾ ਵੀ ਕਰਨਾ ਤੇ ਨਿਮਾਣਾ ਸਮਝਣਾ। ਬੰਦਾ ਕੋਈ ਭਲਾ ਕਰਕੇ ਹੰਕਾਰ ਕਰ ਲੈਂਦਾ ਹੈ, ਉਹਦੇ ਲਈ ਗੁਰੂ ਸਾਹਿਬ ਦੇ ਬਚਨ ਆਉਂਦੇ, ਤੀਰਥ ਵਰਤੇ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ। ਹੰਕਾਰ ਆ ਗਿਆ, ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ, ਨੇ ਫਲ ਚਲੇ ਗਏ। ਕਰ ਪੁੰਨੋ ਨੀਚ ਸਦਾਈਐ, ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਐ। ਜਰਵਾਣਾ ਜ਼ੋਰ ਵਾਲਾ ਮਨੁੱਖ, ਪਰ ਹਰੈ ਜਰ ਵੇਸ, ਜਰ ਕਹਿੰਦੇ ਨੇ ਵਡੇਪਾ। ਹੁਣ ਇੱਥੋਂ ਇੱਕ ਗੱਲ ਹੋਰ ਸਿਧਾਂਤ ਪ੍ਰਗਟ ਹੋ ਰਿਹਾ ਸਿੱਖੀ ਦਾ। ਕਈ ਵਾਰੀ ਮਨੁੱਖ ਕਹਿੰਦਾ ਵੀ ਮੈਂ ਕੋਈ ਇਹੋ ਜਿਹਾ ਰੂਪ ਸਰੂਪ ਬਣਾ ਰਿਹਾ, ਮੇਰਾ ਉਮਰ ਦਾ ਮੇਰਾ ਪਤਾ ਨਾ ਲੱਗੇ। ਮਹਾਰਾਜ ਫਰਮਾਉਂਦੇ ਨੇ ਜਰ ਵੇਸ ਕਰੇਂਦੀ ਆਈ ਹੈ, ਵੀ ਜਰ ਵਡੇਪਾ ਜਾਂ ਵੱਡੀ ਉਮਰ ਦੇ ਜਿਹੜੇ ਸਿੰਪਟਮ ਨੇ, ਵੇਸ ਕਰੇਂਦੀ ਹੈ, ਕਿਸੇ ਨਾ ਕਿਸੇ ਰੂਪ 'ਚ ਆ ਹੀ ਜਾਣਗੇ। ਭਾਵ ਕਿ ਰੱਬ ਦੀ ਰਜ਼ਾ ਨੂੰ ਪ੍ਰਵਾਨ ਕਰਕੇ ਚੱਲਣਾ ਹੀ ਚੰਗੀ ਗੱਲ ਹੈ। ਜੇ ਤੁਸੀਂ ਇਹਦੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੋਗੇ, ਉਹ ਕਿਸੇ ਨਾ ਕਿਸੇ ਰੂਪ 'ਚ ਤੁਹਾਡੇ ਉੱਪਰ ਉਹ ਹਾਵੀ ਹੋ ਹੀ ਜਾਣੇ ਹਨ। ਕੋ ਰਹਿ ਨਾ ਭਰੀ ਹੈ ਪਾਈ ਹੈ, ਜਦੋਂ ਪਾਈ ਭਰ ਜਾਂਦੀ ਹੈ, ਜਿੱਦਾਂ ਸੈਂਡ ਵਾਚ ਹੁੰਦੀ ਹੈ, ਸੈਂਡ ਵਾਚ ਦੇ ਵਿੱਚ ਤੁਸੀਂ ਦੇਖੋ ਸੈਂਡ ਗਿਰ ਰਹੀ ਹੈ, ਉਹ ਹੌਲੀ ਹੌਲੀ ਉੱਪਰਲਾ ਜਿਹੜਾ ਉਸਦਾ ਪੋਰਸ਼ਨ ਹੁੰਦਾ ਉਹ ਖਤਮ ਹੋ ਜਾਂਦਾ ਹੈ, ਜਿਹੜਾ ਹੇਠਲਾ ਹੈ ਕੰਟੇਨਰ ਉਹ ਭਰ ਜਾਂਦਾ ਹੈ, ਫਿਰ ਉਹਨੂੰ ਉਲਟਾ ਕਰਕੇ ਰੱਖ ਦਿੰਦੇ ਨੇ। ਇੱਦਾਂ ਹੀ ਜਿਹੜਾ ਸਮਾਂ ਸਵਾਸਾਂ ਦਾ ਉਹ ਪੂਰਾ ਹੋ ਜਾਂਦਾ, ਜਦੋਂ ਫਿਰ ਇਹ ਜ਼ਿੰਦਗੀ ਤੋਂ ਜਾਣਾ ਹੀ ਪੈਂਦਾ ਹੈ। ਕੋ ਰਹੇ ਨਾ, ਕੋਈ ਨਹੀਂ ਰਹਿੰਦਾ ਇੱਥੇ, ਭਰੀ ਹੈ ਪਾਈ ਹੈ, ਜਦੋਂ ਪਾਈ ਭਰ ਗਈ, ਸੈਂਡ ਵਾਚ ਦਾ ਇੱਕ ਪਾਸਾ ਭਰ ਗਿਆ, ਫਿਰ ਉਹਨੂੰ ਉਲਟਾ ਦਿੱਤਾ ਹੀ ਜਾਣਾ ਹੈ। ਤੋ ਇਹ ਜ਼ਿੰਦਗੀ ਦੀ ਸੱਚਾਈ ਹੈ, ਇਹ ਤੋਂ ਮੁੱਖ ਨਹੀਂ ਮੋੜਿਆ ਜਾ ਸਕਦਾ। ਤਾਂ ਕਰਕੇ ਜੋ ਪਿਛਲੇ ਸ਼ਲੋਕਾਂ 'ਚ ਗੁਰੂ ਸਾਹਿਬ ਨੇ ਦੱਸਿਆ, ਕਰਮਕਾਂਡਾਂ 'ਚ ਪੈ ਕੇ ਅਜਾਈ ਦੇ ਲੋਕਾਂ ਨੂੰ ਅਗਿਆਨਤਾ ਵਿੱਚ ਘੁਮਾ ਕੇ ਆਪਣੀ ਜ਼ਿੰਦਗੀ ਬਤੀਤ ਨਹੀਂ ਕਰਨੀ ਚਾਹੀਦੀ। ਗੁਰੂ ਦੇ ਲੜ ਲੱਗ ਕੇ ਸੱਚ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਤੋ ਇੱਥੇ 5 ਨੰਬਰ ਪੌੜੀ ਤੱਕ ਅੱਜ ਦੇ ਵਿਚਾਰ ਆਪਾਂ ਸੰਕੋਚਦੇ ਹਾਂ, ਵਿਚਾਰ ਕਰਦੇ ਹਾਂ। ਕੋਈ ਬਚਨ ਗੁਰੂ ਦੀ ਵਿਚਾਰਧਾਰਾ ਤੋਂ, ਗੁਰੂ ਦੇ ਮਹਾਨ ਪਵਿੱਤਰ ਗਿਆਨ ਤੋਂ ਬਾਹਰ ਕਿਹਾ ਗਿਆ ਹੋਵੇ, ਉਹਦੇ ਲਈ ਖਿਮਾ ਦੇ ਜਾਚਕਾਂ। ਬਾਕੀ ਸਤਿਗੁਰੂ ਜੀ ਦਾ ਉਪਦੇਸ਼ ਆਪ ਸੰਗਤਾਂ ਨੇ ਪਿਆਰ ਦੇਣਾ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਰਹੇ ਤੇ ਆਪ ਸੰਗਤਾਂ ਵੱਧ ਤੋਂ ਵੱਧ